ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਤਿਨ ਕੀ ਮਹਿਮਾ ਕਿਆ ਕਰਾਂ। ਜੋ ਸਿੱਖ ਗੁਰੂ ਹਦੂਰਾ ਮਾਮਾ ਮਤ ਮਸਕ ਸਮਾਨ ਹੈ। ਕਸ ਚਾਵਹ ਗਿਰ ਪੂਰਾ ਤਿਨ ਕੀ ਮਹਿਮਾ ਕਿਆ ਕਰਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ। ਆਪ ਜੀ ਕਰਮਾਂ ਵਾਲੇ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨ ਪਰਸਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸੱਚੇ ਪਾਤਸ਼ਾਹ ਜੀ ਦੀ ਬੇਅੰਤ ਕਿਰਪਾ ਹੋਈ ਹੈ। ਸੰਧਿਆ ਦੇ ਸਮੇਂ ਤੋਂ ਗੁਰੂ ਚਰਨਾਂ ਵਿੱਚ ਆਪ ਹਾਜ਼ਰੀਆਂ ਭਰ ਰਹੇ ਹੋ। ਧੁਰ ਕੀ ਬਾਣੀ ਦੇ ਜਾਪ ਆਪ ਸੰਗਤਾਂ ਨੇ ਸਰਵਣ ਕਰਕੇ ਲਾਹਾ ਲਿਆ ਹੈ। ਇਸ ਦੇ ਨਾਲ ਹੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪਾਵਨ ਪਵਿੱਤਰ ਇਤਿਹਾਸ ਆਪਾਂ ਲੜੀਵਾਰ ਰੂਪ ਵਿੱਚ ਪੜ੍ਹ ਸੁਣ ਰਹੇ ਹਾਂ। ਹੁਣ ਉਸ ਕਥਾ ਦਾ ਸਮਾਂ ਹੋਇਆ ਹੈ। ਜਿਵੇਂ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਧਰਮਸ਼ਾਲਾ ਦੇ ਬਾਰ-ਬਾਰ ਪਿੱਪਲ ਦੇ ਬ੍ਰਿਛ ਦੀ ਛਾਂ ਹੇਠ ਬੈਠ ਕੇ ਸਿੱਖਾਂ ਨੂੰ ਵੈਰਾਗਮਈ ਬ੍ਰਹਮ ਗਿਆਨ ਦੇ ਉਪਦੇਸ਼ ਦੇ ਰਹੇ ਹੈ। ਇਵੇਂ ਗੁਰੂ ਦੀਆਂ ਸੰਗਤਾਂ ਬੇਅੰਤ ਦਰਸ਼ਨ ਕਰਕੇ ਲਾਹਾ ਲੈ ਰਹੀਆਂ। ਇਵੇਂ ਸਤਿਗੁਰੂ ਜੀ ਬੈਠੇ ਹੋਏ ਸਨ, ਵਿਰਾਜਮਾਨ ਸਨ। ਜੋ ਪਸ਼ੂ ਹੈ ਘੋੜੇ ਘੋੜੀਆਂ ਆਦਿਕ ਰੱਖੇ ਹੈ, ਗਾਵਾਂ ਮੱਝਾਂ। ਮਹਾਰਾਜ ਜੀ ਨੇ ਉਹਨਾਂ ਵੱਲ ਦੇਖਿਆ ਵੀ ਇਹ ਤੇ ਸਾਰੇ ਪਸ਼ੂ ਭੁੱਖੇ ਹੈ। ਤੇ ਭਾਈ ਕਮਲਾ ਜੀ ਨੂੰ ਮਹਾਰਾਜ ਜੀ ਨੇ ਆਵਾਜ਼ ਦੇ ਕੇ ਕਿਹਾ, ਭਾਈ ਕਮਲਾ ਆਪਣੇ ਜਿਹੜੇ ਪਸ਼ੂ ਹੈ ਉਹ ਤੇ ਸਾਰੇ ਭੁੱਖ ਨਾਲ ਵਿਆਕਲ ਹੈ।
ਇਸ ਕਰਕੇ ਜਿੱਥੇ ਆਪਣੇ ਖੇਤਾਂ ਦੀ ਜੂਹ ਹੱਦ ਹੈ, ਉੱਥੋਂ ਜਾ ਕੇ ਸੋਹਣਾ ਘਾਹ ਵੱਢ ਕੇ ਲਿਆਓ ਅਤੇ ਇਹਨਾਂ ਨੂੰ ਪਾਓ। ਭਾਈ ਕਮਲਾ ਜੀ ਉਸੇ ਵੇਲੇ ਹੀ ਮਹਾਰਾਜ ਜੀ ਦੀ ਆਗਿਆ ਮੰਨ ਕੇ ਚਲੇ ਗਏ। ਅਗਲੇ ਪਾਸੇ ਖੇਤਾਂ ਵਿੱਚ ਭਾਈ ਕਮਲੇ ਨੂੰ ਆਉਂਦਾ ਦੇਖ ਕੇ ਜਿਹੜੇ ਬ੍ਰਹਮਾ, ਵਿਸ਼ਨੂੰ, ਸ਼ਿਵ ਜੀ ਹੈ, ਤਿੰਨੇ ਦੇਵਤੇ ਜੋਗੀਆਂ ਦਾ ਭੇਖ ਧਾਰ ਲਿਆ। ਉਸ ਵੇਲੇ ਭਾਈ ਕਮਲੇ ਨੂੰ ਜਾਂਦਿਆਂ ਹੋਇਆ ਉੱਚੀ ਦੇ ਕੇ ਆਵਾਜ਼ ਮਾਰੀ, ਕਿਹਾ ਵੀ ਭਾਈ ਕਮਲੇ ਸਾਡੀ ਗੱਲ ਸੁਣ। ਕੋਲ ਬੁਲਾ ਕੇ ਕਿਹਾ ਵੀ ਸਾਡਾ ਇੱਕ ਸੁਣਾ ਦਿਓ। ਗੁਰੂ ਨਾਨਕ ਸਾਹਿਬ ਜੀ ਨੂੰ ਸਾਡਾ ਇੱਕ ਸੰਦੇਹਾ ਹੈ, ਸੁਨੇਹਾ ਹੈ। ਉਹ ਕੀ ਹੈ ਕਿ ਇੱਕ ਗੰਢ ਦੇ ਵਿੱਚ ਵਿਭੂਤੀ ਸਵਾਹ ਜਿਹੜੀ ਬੰਨੀ ਹੋਈ ਸੀ, ਉਹ ਸ਼ਿਵ ਜੀ ਨੇ ਭਾਈ ਕਮਲਾ ਜੀ ਨੂੰ ਦਿੱਤੀ ਹੈ। ਇਹ ਸਾਡੇ ਭੇਜੀ ਹੋਈ ਵਿਭੂਤੀ ਗੁਰੂ ਨਾਨਕ ਸਾਹਿਬ ਜੀ ਨੂੰ ਦਿਓ ਤੁਸੀਂ। ਜੋ ਪਰਮੇਸ਼ਰ ਰੂਪ ਗੁਰੂ ਨਾਨਕ ਸਾਹਿਬ ਜੀ ਉੱਤਰ ਦੇਣਗੇ, ਸਾਨੂੰ ਛੇਤੀ ਸੁਣਾਓ ਆ ਕੇ। ਇਹ ਕਹਿਣ ਲੱਗਾ ਵੀ ਮੈਂ ਘਾਹ ਦੀ ਪੰਡ ਲੈ ਕੇ ਫਿਰ ਜਾਵਾਂਗਾ, ਮੈਨੂੰ ਮਹਾਰਾਜ ਜੀ ਦਾ ਹੁਕਮ ਹੈ। ਉਸ ਵੇਲੇ ਵਿਸ਼ਨੂੰ ਭਗਵਾਨ ਜੀ ਨੇ ਘਾਹ ਦੀ ਜਿਹੜੀ ਥੋੜ੍ਹਾ ਜਿਹਾ ਘਾਹ ਹੱਥ ਨਾਲ ਪੁੱਟਿਆ ਹੈ, ਉਹਨੂੰ ਬੜੀ ਤਗੜੀ ਪੰਡ ਬਣਾ ਦਿੱਤਾ। ਪੰਡ ਬਣਾ ਕੇ ਇਹਦੇ ਸੀਸ ਉੱਪਰ ਚੁਕਾ ਦਿੱਤੀ ਹੈ। ਭਾਈ ਕਮਲਾ ਵੇਖ ਕੇ ਤਾਂ ਬੜਾ ਹੈਰਾਨ ਹੋਇਆ, ਇਹ ਕੌਣ ਹੈ ਜਿਹੜੇ ਪਤਾ ਨਹੀਂ ਲੱਗਦਾ ਵੀ ਇਹ ਦੇਵਤੇ ਹੈ ਕਿ ਪੁਰਸ਼ ਹੈ। ਮੱਥੇ ਦਾ ਤੇਜ ਪ੍ਰਤਾਪ ਅਤੇ ਬਹੁਤ ਪ੍ਰਕਾਸ਼ ਰਿਹਾ ਹੈ, ਫਿਰ ਸ਼ਕਤੀਆਂ ਦੇ ਸਹਿਤ ਵੀ ਹੈ। ਇਹ ਵੀ ਇਹ ਕਿਵੇਂ ਹੋ ਸਕਦਾ, ਇੱਕ ਮਨੁੱਖ ਕੋਲ ਝਟਪਟ ਜਾਂ ਘਾਹ ਦੀ ਪੰਡ ਕਿੱਡੀ ਵੱਡੀ ਬਣਾ ਦਿੱਤੀ ਹੈ ਥੋੜ੍ਹਾ ਜਿਹਾ ਤੋੜ ਕੇ। ਐਵੇਂ ਹੈਰਾਨ ਜਿਹੇ ਹੋ ਕੇ ਬੜੀ ਛੇਤੀ ਪੰਡ ਲੈ ਕੇ ਵਾਪਸ ਆ ਗਏ। ਗੁਰੂ ਨਾਨਕ ਸਾਹਿਬ ਜੀ ਦੇਖ ਕੇ ਹਾਸ ਵਿਲਾਸ ਦੇ ਬਚਨ ਕਰਦੇ ਕਹਿਣ ਲੱਗੇ, ਭਾਈ ਕਮਲਾ ਬੜੀ ਛੇਤੀ ਵਾਪਸ ਆ ਗਿਆ, ਕਿਉਂਕਿ ਮਹਾਰਾਜ ਅੰਤਰਜਾਮੀ ਸਭ ਜਾਣਦੇ ਹੀ ਹੈ। ਅਤੇ ਤੁਸਾਂ ਨੇ ਵੀ ਆ ਘਾਹ ਕਿਸ ਦਾ ਵੱਢਿਆ ਵਢਾਇਆ ਚੋਰੀ ਲੈ ਆਂਦਾ ਹੈ ਕਿ ਜਾਂ ਵਲ ਛਲ ਕਰਕੇ ਲੈ ਆਂਦਾ ਹੈ। ਜੇ ਐਸਾ ਘਾਹ ਹੈ ਤਾਂ ਇਹਨੂੰ ਲੈ ਕੇ ਨਾ ਸਾਡੇ ਪਸ਼ੂਆਂ ਨੂੰ ਨਾ ਪਾਓ, ਜਿੱਥੋਂ ਲਿਆਏ ਉੱਥੇ ਰੱਖ ਦਿਓ। ਫਿਰ ਭਾਈ ਕਮਲਾ ਜੀ ਨੇ ਸਾਰੀ ਗੱਲ ਦੱਸੀ ਹੈ ਵੀ ਮਹਾਰਾਜ ਮੈਂ ਇਸ ਤਰ੍ਹਾਂ ਪੰਡ ਲਿਆਂਦੀ ਹੈ ਕਿ 3 ਜੋਗੀ ਬੈਠੇ ਹੈ, ਉਹ ਇੱਕ ਨੇ ਉਹਦੇ ਵਿੱਚੋਂ ਘਾਹ ਥੋੜ੍ਹਾ ਜਿਹਾ ਤੋੜ ਕੇ ਦਿੱਤਾ, ਪੰਡ ਕਰ ਦਿੱਤੀ ਹੈ। ਇੱਕ ਨੇ ਸਵਾਹ ਦਿੱਤੀ ਹੈ ਗੰਢ ਬੰਨ੍ਹ ਕੇ। ਅਤੇ ਇਹ ਗੁਰੂ ਸਾਹਿਬ ਜੀ ਆਪ ਜੀ ਨੂੰ ਸੁਨੇਹਾ ਹੈ। ਮਹਾਰਾਜ ਸਵਾਹ ਦੀ ਵਿਭੂਤੀ ਦੇਖ ਕੇ ਕਹਿਣ ਲੱਗੇ, ਸੇਵਕ ਭਾਈ ਕਮਲਾ ਤੂੰ ਤਾਂ ਸਾਡਾ ਸੁਨੇਹਾ ਹੀ ਲੈ ਕੇ ਆ ਗਿਆ, ਸੱਚਖੰਡ ਗਮਨ ਕਰਨ ਦਾ ਸਾਡਾ ਸੁਨੇਹਾ ਲੈ ਕੇ ਆ ਗਿਆ। ਇਹ 3 ਵਾਰੀ ਮਹਾਰਾਜ ਜੀ ਨੇ ਕਿਹਾ ਹੈ। ਫਿਰ ਸੱਚੇ ਪਾਤਸ਼ਾਹ ਜੀ ਭਾਈ ਸੁਧਾਰਨ ਨੂੰ ਨਾਲ ਲੈ ਕੇ ਉੱਥੇ ਗਏ। ਬ੍ਰਹਮਾ, ਵਿਸ਼ਨੂੰ, ਸ਼ਿਵ ਜੀ ਨੇ ਮਹਾਰਾਜ ਜੀ ਦੀ ਬੇਅੰਤ ਸਿਫਤ ਵਡਿਆਈ ਕੀਤੀ ਹੈ। ਸਿਫਤ ਵਡਿਆਈ ਤੋਂ ਬਾਅਦ ਮੱਥਾ ਟੇਕਿਆ, ਨਮਸਕਾਰ ਕੀਤੀ। ਗੁਰੂ ਸਾਹਿਬ ਜੀ ਨੂੰ ਕਿਹਾ, ਸੱਚੇ ਪਾਤਸ਼ਾਹ ਜੀ ਤੁਸਾਂ ਨੇ ਸਤਿਨਾਮ ਵਾਹਿਗੁਰੂ ਦਾ ਸਾਰੇ ਜਗਤ ਵਿੱਚ ਚੱਕਰ ਫਰਾ ਦਿੱਤਾ ਹੈ, ਪ੍ਰਗਟ ਕਰ ਦਿੱਤਾ ਹੈ। ਆਪ ਜੀ ਨੇ ਆਪਣਾ ਦੂਸਰਾ ਸਰੂਪ ਗੁਰੂ ਅੰਗਦ ਦੇਵ ਕਰਕੇ ਸਥਾਪਿਤ ਕਰ ਦਿੱਤਾ ਹੈ। ਹੁਣ ਆਪ ਜੀ ਸੱਚਖੰਡ ਨੂੰ ਚੱਲਣਾ ਕਰੋ। ਗੁਰੂ ਮਹਾਰਾਜ ਜੀ ਬਚਨ ਮੰਨ ਕੇ ਅਤੇ ਆ ਗਏ ਹੈ ਧਰਮਸ਼ਾਲਾ ਵਿੱਚ। ਇੱਥੇ ਫਿਰ ਭਾਈ ਸੁਧਾਰਨ ਨੂੰ 2 ਚਾਦਰੇ ਧੋਣ ਲਈ ਕਿਹਾ ਹੈ। ਭਾਈ ਸੁਧਾਰਨ ਨੇ ਆਗਿਆ ਮੰਨ ਕੇ 2 ਚਾਦਰੇ ਸੋਨੇ ਧੋਤੇ ਹੈ। ਸੋਨਾ ਜਿੱਥੇ ਮਹਾਰਾਜ ਜੀ ਨੇ ਬਿਰਾਜਣਾ ਹੈ, ਜਿੱਥੇ ਗੁਰੂ ਸਾਹਿਬ ਜੀ ਰਾਤ ਬਿਰਾਜਿਆ ਕਰਦੇ, ਟਿਕਿਆ ਕਰਦੇ ਸਨ, ਉਹ ਥਾਂ ਨੂੰ ਚੰਗੇ ਸੋਹਣੇ ਗੋਬਰ ਮਿੱਟੀ ਆਦਿ ਨਾਲ ਲੇਪਣ ਕਰਵਾਇਆ। ਭਾਈ ਸੁਧਾਰਨ ਨੂੰ ਕਹਿ ਕੇ ਬੜੇ ਸੋਹਣੇ ਨਾਲ ਢੰਗ ਨਾਲ ਸੇਵਾ ਕੀਤੀ, ਝਾੜੂ ਪੋਚਾ ਕੀਤਾ। ਫਿਰ ਗੁਰੂ ਸਾਹਿਬ ਜੀ ਨੂੰ ਸਾਰੀ ਸੇਵਾ ਕਰਕੇ ਪਾਸ ਬੁਲਾਇਆ। ਸੱਚੇ ਪਾਤਸ਼ਾਹ ਜੀ ਵੇਖ ਲਓ ਆਪ ਹੀ, ਜੇ ਕੋਈ ਕਮੀ ਹੈ ਤਾਂ ਮੈਂ ਜਿਹੜਾ ਥੋੜ੍ਹਾ ਫਿਰ ਉਹਨੂੰ ਹੋਰ ਸੁਧਾਰ ਦਿੰਦਾ। ਮਹਾਰਾਜ ਵੇਖ ਕੇ ਬੜੇ ਪ੍ਰਸੰਨ ਹੋਏ। ਭਾਈ ਸੁਧਾਰਨ ਨੂੰ ਬ੍ਰਹਮ ਗਿਆਨ ਉਸੇ ਵੇਲੇ ਬਖਸ਼ ਦਿੱਤਾ ਹੈ, ਸਾਰੇ ਭਰਮ ਨਾਸ਼ ਕਰ ਦਿੱਤੇ ਹੈ। ਐਵੇਂ ਸੰਗਤਾਂ ਨੂੰ ਪਤਾ ਲੱਗ ਰਿਹਾ ਵੀ ਮਹਾਰਾਜ ਜੀ ਜੋਤੀ ਜੋਤ ਸਮਾਉਣ ਵਾਲੇ ਹੈ।
ਬੇਅੰਤ ਬੇਅੰਤ ਸੰਗਤਾਂ ਸ੍ਰੀ ਕਰਤਾਰਪੁਰ ਸਾਹਿਬ ਆ ਰਹੀਆਂ। ਗੁਰੂ ਕੇ ਸਿੱਖ ਗੁਰੂ ਦੇ ਚਰਨਾਂ ਦੇ ਭੌਰੇ ਬਣ ਰਹੇ ਹੈ, ਜਿਨ੍ਹਾਂ ਦੇ ਹਿਰਦੇ ਪਵਿੱਤਰ ਗੰਗਾ ਦੇ ਜਲ ਵਾਂਗ ਹੋ ਚੁੱਕੇ ਹੈ। ਇੱਕ ਵਾਹਿਗੁਰੂ ਦੇ ਰੰਗ ਵਿੱਚ ਰੰਗੇ ਹੈ। ਇੱਕ ਦੂਜੇ ਦੇ ਦੁੱਖ ਨੂੰ ਐ ਨਾਸ ਕਰਦੇ, ਜਿਵੇਂ ਭਰਾ ਭਰਾ ਦੀ ਮਦਦ ਕਰਦਾ ਦਿਲੋਂ, ਇਵੇਂ ਇੱਕ ਦੂਜੇ ਦੀ ਪੀੜਾ ਨੂੰ ਦੂਰ ਕਰਦੇ ਹੈ। ਗੁਰੂ ਕੇ ਸਿੱਖਾਂ ਦੀ ਕਥਾ ਚੱਲ ਰਹੀ ਸੀ। ਅੱਗੇ ਜਿਵੇਂ ਜਿਵੇਂ ਪ੍ਰਸੰਗ ਰਹਿੰਦਾ ਆ ਰਿਹਾ ਹੈ, ਆਓ ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਧਰਦਿਆਂ ਹੋਇਆਂ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਤਿਨ ਕੀ ਮਹਿਮਾ ਕਿਆ ਕਰਾਂ। ਭਾਈ ਸੰਤੋਖ ਸਿੰਘ ਜੀ ਕਹਿੰਦੇ ਆ ਵੀ ਗੁਰੂ ਕੇ ਸਿੱਖ ਮਹਾਰਾਜ ਜੀ ਦੀ ਇੰਨੀ ਸੇਵਾ ਕਰ ਰਹੇ ਦਿਲੋਂ ਕਿ ਮਹਾਰਾਜ ਜੀ ਦੇ ਪਾਸ ਰਹਿ ਕੇ ਪਰਮ ਪਦਵੀ, ਮਹਾਨ ਪਦਵੀ, ਉੱਚੀ ਪਦਵੀ ਪਾ ਰਹੇ ਹੈ। ਅਤੇ ਉਹ ਕਹਿੰਦੇ ਜਿਹੜੇ ਗੁਰੂ ਕੇ ਸਿੱਖ ਐਸੀ ਸੇਵਾ ਕਰ ਰਹੇ ਹੈ, ਭਾਈ ਮੈਂ ਉਹਨਾਂ ਦੀ ਮਹਿਮਾ ਕੀ ਕਰਾਂ ਕਵੀ। ਜੋ ਸਿੱਖ ਗੁਰੂ ਹਦੂਰਾ, ਜੋ ਗੁਰੂ ਕੇ ਸਿੱਖ ਗੁਰੂ ਦੀ ਹਜ਼ੂਰੀ ਵਿੱਚ ਉਸ ਵੇਲੇ ਰਹਿ ਰਹੇ ਸਨ। ਅੰਤਲੇ ਸਮੇਂ ਜਦੋਂ ਸੱਚੇ ਪਾਤਸ਼ਾਹ ਜੀ ਨੇ ਜੋਤੀ ਜੋ ਸਮਾਉਣਾ ਹੈ, ਭਾਈ ਭਗੀਰਥ, ਭਾਈ ਸੁਧਾਰਨ, ਭਾਈ ਅਜਿੱਤਾ ਚੌਧਰੀ, ਹੋਰ ਬਾਬਾ ਬੁੱਢਾ ਸਾਹਿਬ ਜੀ ਆਦਿਕ ਗੁਰੂ ਕੇ ਸਿੱਖ ਬੇਅੰਤ ਬੇਅੰਤ, ਅਤੇ ਉਹਨਾਂ ਦੀ ਕਹਿੰਦੇ ਮਹਿਮਾ ਮੈਂ ਕੀ ਕਰਾਂ ਜਿਹੜੇ ਗੁਰੂ ਕੀ ਹਜ਼ੂਰੀ ਵਿੱਚ ਰਹਿ ਰਹੇ ਸਿੱਖ। ਜਾਂ ਤਿਨ ਕੀ ਮਹਿਮਾ ਕਿਆ ਕਰੂੰ, ਮੈਂ ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ ਕੀ ਕਰਾਂ ਜਿਨ੍ਹਾਂ ਦੇ ਸਿੱਖ ਉਹਨਾਂ ਦੀ ਹਜ਼ੂਰੀ ਵਿੱਚ ਰਹਿ ਰਹੇ ਹਨ। ਮਮ ਮਤ ਮਸਕ ਸਮਾਨ ਹੈ, ਕਹਿੰਦੇ ਜਿਹੜੀ ਮੇਰੀ ਮੱਤ ਹੈ ਉਹ ਤੇ ਮਸਕ ਕਹੀਏ ਮੱਛਰ ਦੇ ਬਰਾਬਰ ਹੈ। ਕਿਸ ਚਾਵਹ ਗਿਰਪੂ ਕਸ ਚਾਵਹ ਗਿਰਪੂਰਾ, ਤੇ ਜੋ ਬਹੁਤ ਤਕੜਾ ਪਹਾੜ ਹੈ ਤੇ ਉਸ ਪਹਾੜੀ ਵੱਡੇ ਪਹਾੜ ਨੂੰ ਕਿ ਜਿਹੜਾ ਮੱਛਰ ਭਲਾ ਕਿਵੇਂ ਚੁੱਕ ਸਕਦਾ ਹੈ। ਇਸੇ ਤਰ੍ਹਾਂ ਕਹਿੰਦੇ ਮੇਰੀ ਮੱਤ ਮੱਛਰ ਦੀ ਨਿਆਈ ਹੈ ਅਤੇ ਗੁਰੂ ਕੇ ਸਿੱਖਾਂ ਦੀ ਮਹਿਮਾ ਉਹਦੇ ਵੱਡੇ ਪਹਾੜ ਦੀ ਨਿਆਈ ਹੈ। ਗੁਰੂ ਸਾਹਿਬ ਕੀ ਮਹਿਮਾ ਵੱਡੇ ਪਹਾੜ ਦੀ ਨਿਆਈ ਹੈ। ਮੇਰੀ ਮੱਛਰ ਮੱਤ ਥੋੜ੍ਹੀ ਜਿਹੀ ਭਲਾ ਉਹ ਕੀ ਚੁੱਕ ਸਕਦੀ ਐਸੇ ਵੱਡੇ ਪਹਾੜ ਨੂੰ। ਭਾਵ ਮੈਂ ਕੀ ਮਹਿਮਾ ਕਰ ਸਕਦਾ ਗੁਰੂ ਮਹਾਰਾਜ ਜੀ ਦੀ ਅਤੇ ਸਿੱਖਾਂ ਦੀ। ਚੌਪਈ ਤਿਸਨਾ ਆਸਾ ਨਾਸੀ ਐਸੇ, ਸਿੱਖਾਂ ਦੀ ਜਿਹੜੀ ਤਰ੍ਹਾਂ ਤਰ੍ਹਾਂ ਦੀ ਤ੍ਰਿਸ਼ਨਾ ਮਾਇਆ ਜੋੜਨ ਦੀ, ਇਸੇ ਤਰ੍ਹਾਂ 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 ਦੀਆਂ ਆਸਾਂ ਵੀ ਆਹ ਵੀ ਮਿਲ ਜੇ, ਆਹ ਵੀ ਮਿਲ ਜੇ, ਇਹ ਤੇ ਇਸ ਤਰ੍ਹਾਂ ਨੱਸ ਗਈਆਂ ਹਨ। ਬੈਨ ਤੇ ਹਨ ਉਰਗਨ ਜਾਸੇ, ਜਿਸ ਤਰ੍ਹਾਂ ਗਰੜ ਜਿਹੜਾ ਹੈ ਉਹ ਸੱਪਾਂ ਨੂੰ ਮਾਰਦਾ ਹੈ, ਇਸ ਤਰ੍ਹਾਂ ਤ੍ਰਿਸ਼ਨਾ ਆਸਾ ਸਭ ਨੱਸ ਗਈਆਂ, ਨਾਸ ਹੋ ਗਈਆਂ ਸਿੱਖਾਂ ਦੀਆਂ। ਕਾਮ ਕ੍ਰੋਧ ਲੋਭ ਹੰਕਾਰੋ, ਜਿਹੜਾ ਕਾਮ ਹੈ, ਕ੍ਰੋਧ ਹੈ, ਲੋਭ ਤੇ ਹੰਕਾਰ। ਸਹਤ ਵਿਦਿਆ ਮੋਹ ਨਿਰਪਾਰੋ, ਤੇ ਅਵਿਦਿਆ ਦੇ ਸਹਿਤ ਜਿਹੜਾ ਮੋਹ ਰੂਪੀ ਰਾਜਾ ਹੈ। ਹਿੰਸਾ ਕੂਰ ਪਿਸ਼ਨਤਾ ਨਿੰਦਾ, ਹਿੰਸਾ ਜਿਹੜੀ ਜੀਵ ਹੱਤਿਆ ਕਰਨੀ, ਕੂੜ ਝੂਠ, ਪਿਸ਼ਨਤਾ ਚੁਗਲੀ ਤੇ ਨਿੰਦਾ। ਸਿੱਖੀ ਮਗ ਭਿਖ ਇਨਕੋ ਚਿੰਦਾ, ਸਿੱਖੀ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਦਾ ਰਸਤਾ ਭਾਵ ਭਗਤੀ ਦਾ ਜਿਹੜਾ ਚਲਾਇਆ ਹੋਇਆ, ਐਸੇ ਸਿੱਖੀ ਦੇ ਰਸਤੇ ਨੂੰ ਵੇਖ ਕੇ ਇਹਨਾਂ ਆ ਜਿਹੜੇ ਉੱਪਰ ਔਗਣ ਦੱਸੇ ਇਹਨਾਂ ਨੂੰ ਚਿੰਤਾ ਹੋ ਗਈ ਵੀ ਹੁਣ ਅਸੀਂ ਕਿੱਥੇ ਰਹਾਂਗੀਆਂ। ਕਿਹਰ ਗਰਜਨ ਤੇ ਜਿਉਂ ਕਰੀ, ਜਿਵੇਂ ਕਹਿੰਦੇ ਕਿਹੜੀ ਸ਼ੇਰ ਦੇ ਗੱਜਣ ਤੇ ਭਬਕ ਮਾਰਨ ਤੇ ਜਿਹੜੇ ਹਾਥੀ ਹੁੰਦੇ ਆ। ਹੋਏ ਪੁੰਜ ਤਦਿਅਪ ਖਰਬਰੀ, ਉਹ ਭਾਵੇਂ ਹਾਥੀਆਂ ਦਾ ਬੜਾ ਝੁੰਡ ਹੋਵੇ, ਸਮੂਹ ਹੋਵੇ, ਬਹੁਤ ਸਾਰੇ ਹਾਥੀ ਹੋਣ, ਪਰ ਕਿਹੜੀ ਸ਼ੇਰ ਜਦੋਂ ਗੱਜਦਾ
ਫਿਰ ਵੀ ਉਹਨਾਂ ਬਹੁਤ ਹਾਥੀ ਹੋਣੇ ਕਰਕੇ ਖੜਬੜੀ ਪੈ ਜਾਂਦੀ ਹੈ। ਉਹ ਘਬਰਾ ਜਾਂਦੇ, ਮੁਰਝਾ ਜਾਂਦੇ ਆ ਸ਼ੇਰ ਦੀ ਭਵਕ ਸੁਣ ਕੇ। ਗੁਰ ਪ੍ਰਤਾਪ ਪਿਖ ਕਰ ਕਲ ਕਾਲਾ। ਗੁਰੂ ਸਾਹਿਬ ਜੀ ਦਾ ਤੇਜ ਪ੍ਰਤਾਪ ਦੇਖ ਕੇ ਕਲਯੁਗ ਦਾ ਸਮਾਂ। ਦੁਰਬਲ ਹੋਏ ਨਿਰਬਲ ਹੈ ਬਹਾਲਾ। ਕਲਯੁਗ ਜਿਹੜਾ ਨਿਰਬਲ ਪੁਰਖ ਵਾਂਗੂ ਦੁਰਬਲ ਕਮਜ਼ੋਰ ਜਾ ਹੋ ਕੇ ਬੁਰੇ ਹਾਲ ਵਾਲਾ ਹੋ ਗਿਆ ਹੈ। ਗਿਆਨ ਵਿਰੋਧੀ ਜੇ ਜਗ ਮਾਹੀ। ਜਿੰਨੇ ਵੀ ਸੰਸਾਰ ਵਿੱਚ ਗਿਆਨ ਬ੍ਰਹਮ ਗਿਆਨ ਦੇ ਵਿਰੋਧੀ ਉੱਪਰਲੇ ਔਗਣ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿੰਦਾ ਚੁਗਲੀ ਝੂਠ, ਇਸੇ ਤਰ੍ਹਾਂ ਪਖੰਡੀ ਲੋਕ ਜਿੰਨੇ ਵੀ ਬ੍ਰਹਮ ਗਿਆਨ ਦੇ ਵਿਰੋਧੀ ਸਨ, ਸਭ ਹਿਨ ਕੋ ਚਿੰਤਾ ਅਵਗਾਹੀ। ਸਾਰਿਆਂ ਨੂੰ ਇਹ ਚਿੰਤਾ ਪੈ ਗਈ ਵੀ ਸਿੱਖੀ ਮਾਰਗ ਕੇ ਅਸੀਂ ਹੁਣ ਕਿਵੇਂ ਟਿਕਾਂਗੇ। ਦੋਹਰਾ ਸ੍ਰੀ ਨਾਨਕ ਦਰਸ਼ਨ ਉਦਦ। ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਦਰਸ਼ਨ ਉਹ ਤੇ ਸਮੁੰਦਰ ਦੀ ਨਿਆਈ ਹੈ। ਭਗਤ ਤਰੰਗ ਗੰਭੀਰਾ। ਜਿਹੜੀ ਭਗਤੀ ਹੈ ਵਾਹਿਗੁਰੂ ਦੀ, ਇਹ ਇਹਦੇ ਵਿੱਚ ਲਹਿਰਾਂ ਹਨ। ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨਾਂ ਰੂਪੀ ਸਮੁੰਦਰ ਵਿੱਚ ਭਗਤੀ ਰੂਪ ਲਹਿਰਾਂ ਹਨ। ਗਿਆਨ ਇੰਦ ਪ੍ਰਦ ਰਿਦ ਬਿਖੈ। ਇਹ ਜਿਹੜਾ ਸਮੁੰਦਰ ਹੈ ਇਹ ਹਿਰਦੇ ਵਿੱਚ ਗਿਆਨ ਰੂਪੀ ਚੰਦਰਮਾ ਦਿੰਦਾ ਹੈ। ਜਿਵੇਂ ਸਮੁੰਦਰ ਵਿੱਚੋਂ ਚੰਦਰਮਾ ਨਿਕਲਿਆ ਹੈ 14 ਰਤਨਾਂ ਵਿੱਚੋਂ ਤੇ ਆਕਾਸ਼ ਵਿੱਚ ਜਾ ਚੜ੍ਹਿਆ, ਐਵੇਂ ਹਿਰਦੇ ਰੂਪੀ ਆਕਾਸ਼ ਵਿੱਚ ਗਿਆਨ ਰੂਪੀ ਚੰਦਰਮਾ ਚੜ੍ਹ ਜਾਂਦਾ ਸਿੱਖਾਂ ਦੇ ਚੜ੍ਹਿਆ ਹੋਇਆ ਹੈ। ਕਾਮ ਮੋਹ ਗਤ ਪੀਰਾ। ਮੋਹ ਰੂਪੀ ਜਿਹੜੀ ਧੁੱਪ ਹੈ ਪੀੜਾ ਉਹ ਦੂਰ ਹੋ ਰਹੀ ਹੈ। ਚੌਪਈ ਚਿਤ ਚਕੋਰ ਚਿਤਵਤ ਚਖ ਸਾਰੇ। ਕਾਮ ਮੋਹ ਗਤ ਪੀਰ, ਜਿਹੜੀ ਹੈ ਮੋਹ ਰੂਪੀ ਧੁੱਪ ਦੀ ਪੀੜਾ ਗਤ ਕਹੀਏ ਨਾਸ ਹੋ ਗਈ ਹੈ, ਨਾਸ ਹੋ ਰਹੀ ਹੈ। ਚਿੱਤ ਚਕੋਰ, ਸਿੱਖਾਂ ਦੇ ਜਿਹੜੇ ਚਿੱਤ ਹੈ ਚਕੋਰ ਵਾਂਗ ਹੋ ਕੇ, ਸਿੱਖਾਂ ਦੇ ਜਿਹੜੇ ਨੇਤਰ ਚਕੋਰ ਦੀ ਨਿਆਈ ਹੋ ਕੇ ਚਿੱਤ ਵਧੇ ਹੈ ਤੇ ਸਾਰੇ ਜਿਹੜੇ ਆ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਦੇ ਹੈ। ਵਿਖੈ ਮਨੋਰਥ ਕੋਕ ਦੁਖਾਰੇ। ਸਿੱਖਾਂ ਦੇ ਸਾਰੇ ਸਿੱਖਾਂ ਦੇ ਜਿਹੜੇ ਚਿੱਤ ਤੇ ਨੇਤਰ ਹੈ ਨਾ ਚਕੋਰ ਵਾਂਗੂ ਮਹਾਰਾਜ ਜੀ ਨੂੰ ਦੇਖਦੇ ਆ। ਭਾਵ ਗੁਰੂ ਰੂਪੀ ਸਮੁੰਦਰ ਦੇ ਦਰਸ਼ਨ ਕਰ ਰਹੇ ਆ ਇਸ ਗਿਆਨ ਰੂਪੀ ਚੰਦਰਮਾ ਦੇ। ਵਿਖੇ ਮਨੋਰਥ, ਜਿਹੜੇ ਵਿਸ਼ਿਆਂ ਦੇ ਮਨੋਰਥ ਹੈ, ਵਿਸ਼ਿਆਂ ਦੇ ਜਿਹੜੇ ਮਨੋਰਥ ਫੁਰਨੇ ਆ ਇਹ ਚਕਵਿਆਂ ਦੀ ਨਹੀਂ ਦੁੱਖ ਵਾਲੇ ਹੋ ਰਹੇ, ਦੁਖੀ ਹੋ ਰਹੇ ਹੈ। ਦੁੱਖ ਸੁਖ ਸਮਤਾ ਜਾਨ ਸਹਾਈ। ਜਿਹੜੀ ਦੁੱਖ ਸੁੱਖ ਨੂੰ ਇੱਕ ਸਮਾਨ ਸਮਝਣਾ, ਇਸ ਗਿਆਨ ਰੂਪੀ ਚੰਦਰਮਾ ਵਿੱਚ ਚਾਂਦਨੀ ਸੋਭਨੀਕ ਹੋ ਰਹੀ ਹੈ। ਦ્વੈਤ ਦੁਹਾਗਣ ਕੋ ਦੁਖਦਾਈ। ਇਹ ਗਿਆਨ ਰੂਪੀ ਜਿਹੜਾ ਚੰਦਰਮਾ ਹੈ, ਗਿਆਨ ਰੂਪੀ ਚੰਦਰਮਾ ਦਵੈਤ, ਜਿਹੜੀ ਦਵੈਤ ਭਾਵ ਰੂਪੀ ਦੁਹਾਗਣ ਹੈ ਛੁੱਟੜ ਹੈ, ਉਹਨੂੰ ਬੜਾ ਦੁਖਦਾਈ ਹੈ। ਸਮਤ ਸੁਹਾਗਣ ਕੋ ਸੁਖਕਾਰੀ। ਸ੍ਰੇਸ਼ਟ ਮਤਵਾ ਰੂਪੀ ਜੋ ਸੁਹਾਗਣ ਹੈ, ਚੰਗੀ ਬੁੱਧੀ ਰੂਪੀ ਜੋ ਸੁਹਾਗਣ ਹੈ ਉਹਨੂੰ ਸੁਖਕਾਰੀ ਹੈ ਗਿਆਨ ਰੂਪੀ ਚੰਦਰਮਾ। ਸ਼ੁਭ ਗੁਣ ਖਿਰੀ ਕਮਦਨੀ ਬਾਰੀ। ਚੰਗੇ ਗੁਣ ਜਿਹੜੇ ਸਤ ਸੰਤੋਖ ਦਇਆ ਧਰਮ ਇਸ ਗਿਆਨ ਰੂਪੀ ਚੰਦਰਮਾ ਦੇ ਚੜ੍ਹਨੇ ਕਰਕੇ ਸਿੱਖਾਂ ਰੂਪੀ ਹਿਰਦਿਆਂ ਦੇ ਆਕਾਸ਼ਾਂ ਵਿੱਚ ਤੇ ਸ਼ੁਭ ਗੁਣਾ ਦੀ ਜਿਹੜੀ ਹੈ ਸ਼ੁਭ ਗੁਣਾ ਰੂਪੀ ਕਵੀਆਂ ਦੀ ਬਾੜੀ ਕਹੀਏ ਬਗੀਚੀ ਖਿੜ ਰਹੀ ਹੈ, ਖਿੜੀ ਹੋਈ ਹੈ। ਇਸ ਬਿਦ ਸਤਜੁਗ ਪੁਰ ਕਰਤਾਰਾ। ਇਸ ਤਰ੍ਹਾਂ ਨਾਲ ਸਤਜੋਗੀ ਸ੍ਰੀ ਗੁਰੂ ਮਹਾਰਾਜ ਨੇ ਕਰਤਾਰਪੁਰ ਸਾਹਿਬ ਵਿੱਚ ਵਰਤਾਇਓ ਤਿਹ ਕਾਲ ਉਦਾਰਾ। ਆਪਣੇ ਜੋਤੀ ਜੋ ਸਮਾਉਣ ਸਮੇਂ ਮਹਾਰਾਜ ਜੀ ਨੇ ਦੇ ਉਦਾਰਾ ਕਈ ਸਖੀ ਦਾ ਤੇ ਸਤਿਗੁਰੂ ਜੀ ਨੇ ਜਿਹੜਾ ਕਲਯੁਗ ਦੇ ਵਿੱਚ ਸਤਜੋਗੀ ਵਰਤਾ ਦਿੱਤਾ ਸ੍ਰੀ ਕਰਤਾਰਪੁਰ ਸਾਹਿਬ ਅੰਤਲੇ ਸਮੇਂ। ਤਿਸ ਨਿਸ ਗੁਰ ਜਾਗੇ ਕੀ ਮੱਜਨਾ। ਉਸ ਰਾਤ ਮਹਾਰਾਜ ਜੀ ਨੇ
ਰਾਵੀ ਵਿੱਚ ਜਾ ਕੇ ਇਸ਼ਨਾਨ ਕੀਤਾ। ਪਹਿਲਾਂ ਜਾਗੇ ਫਿਰ ਇਸ਼ਨਾਨ ਕੀਤਾ। ਮਿਲੇ ਆਨ ਸਭ ਹੀ ਤਬ ਸੱਜਣਾ। ਤਦੋਂ ਸਾਰੇ ਜਿਹੜੇ ਸਿੱਖ ਸੱਜਣ ਆ ਮਿਲੇ ਸਤਿਗੁਰੂ ਜੀ ਨੂੰ। ਹੋਤ ਕੀਰਤਨ ਕੀ ਧਨ ਪੂਰੀ। ਧਰਮਸ਼ਾਲਾ ਵਿੱਚ ਜੋ ਕੀਰਤਨ ਵਾਹਿਗੁਰੂ ਦਾ ਸਿਫਤ ਸਲਾਹ ਬਹੁਤ ਕੀਰਤਨ ਹੋ ਰਿਹਾ ਹੈ, ਜਿਸ ਕਰਕੇ ਸ਼ਬਦ ਦੀ ਧੁਨੀ ਬਹੁਤੀ ਹੋ ਰਹੀ ਹੈ ਆਵਾਜ਼। ਭਾਉ ਸੋ ਭਗਤ ਗਿਆਨ ਕੀ ਪੂਰੀ। ਵਾਹਿਗੁਰੂ ਦੀ ਜਿਹੜੀ ਪ੍ਰੇਮਾ ਭਗਤੀ ਹੈ ਤੇ ਗਿਆਨ ਜਿਹੜਾ ਬ੍ਰਹਮ ਗਿਆਨ ਇਹਦੇ ਨਾਲ ਭਰੀ ਹੋਈ ਹੈ, ਪੂਰੀ ਦੀ ਪੂਰੀ ਕੀਰਤਨ ਦੀ ਧੁਨੀ। ਭਰੇ ਭਰੇ ਨੋਰ ਮੋਦ ਵਡਾਈ। ਗੁਰੂ ਕੇ ਸਿੱਖ ਹਿਰਦਿਆਂ ਵਿੱਚ, ਉਹਨਾਂ ਦੇ ਹਿਰਦਿਆਂ ਵਿੱਚ ਬਹੁਤ ਪ੍ਰੇਮ ਜਿਹੜੇ ਭਰਿਆ ਹੋਇਆ, ਬੜੀ ਖੁਸ਼ੀ ਵਧਾ ਰਹੇ ਹੈ। ਕੇਤਕ ਸੁਨਹਿ ਕੇਤਕ ਮੁਖ ਗਾਈ। ਕਿਤਨੇ ਕੁ ਗੁਰੂ ਕੇ ਸਿੱਖ ਕੀਰਤਨ ਸੁਣਦੇ ਪ੍ਰੇਮ ਨਾਲ ਧਿਆਨ ਲਾ ਕੇ, ਕਿਤਨੇ ਕੁ ਮੁਖੋਂ ਗਾਉਂਦੇ ਹੈ, ਗਾ ਰਹੇ ਹੈ। ਤਿਹ ਚਿਨ ਬੈਠੇ ਸੋਚ ਵਿਮੋਚਨਾ। ਉਸ ਸਮੇਂ ਸਤਿਗੁਰੂ ਨਾਨਕ ਸਾਹਿਬ ਜੀ ਸੋਚਾਂ ਨੂੰ ਕੱਟਣ ਵਾਲੇ ਬੈਠੇ ਹੋਏ ਸੀ। ਸੁਨ ਤਿਉ ਮੰਦੇ ਕਮਲ ਦਲ ਲੋਚਨਾ। ਜੋ ਮਹਾਰਾਜ ਜੀ ਦੇ ਕਮਲ ਦੇ ਪੱਤਰਿਆਂ ਵਰਗੇ ਚੌੜੇ ਚੌੜੇ ਨੇਤਰ, ਕੀਰਤਨ ਦੀ ਧੁਨੀ ਸੁਣਦਿਆਂ ਸੁਣਦਿਆਂ ਨੇਤਰ ਮੂੰਦ ਗਏ, ਬੰਦ ਹੋ ਗਏ। ਲੱਗੀ ਸਮਾਧ ਅਖੰਡ ਸਰੂਪਾ। ਫਿਰ ਮਹਾਰਾਜ ਜੀ ਦੀ ਜਿਹੜੀ ਸਮਾਧੀ ਹੈ ਅਖੰਡ ਸਰੂਪ ਵਿੱਚ ਲੱਗ ਗਈ, ਇੱਕ ਰਸ ਸਮਾਧੀ ਲੱਗ ਗਈ, ਨਿਰਵਿਕਲਪ ਸਮਾਧੀ। ਜਿਹ ਤੇ ਜਾਣੇ ਆਨੰਦ ਅਨੂਪਾ। ਜਿਸ ਅਖੰਡ ਸਰੂਪ ਸਤ ਚੇਤਨ ਆਨੰਦ ਸਰੂਪ ਨੂੰ ਜਾਣਿਆ, ਬਹੁਤ ਉਪਮਾ ਤੋਂ ਰਹਿਤ ਆਨੰਦ ਹੁੰਦਾ ਹੈ। ਸਗਰੇ ਅੰਗ ਅਡੋਲ ਰਹਾਏ। ਜਦੋਂ ਮਹਾਰਾਜ ਜੀ ਸਮਾਧੀ ਵਿੱਚ ਲੀਨ ਹੋਏ, ਸਾਰੇ ਅੰਗ ਅਡੋਲ ਹੋ ਗਏ, ਕੋਈ ਵੀ ਅੰਗ ਹਿਲਦਾ ਨਹੀਂ ਹੈ। ਚਤੁਰ ਮੁਹੂਰਤ ਜਬੈ ਬਿਤਾਏ। 4 ਮੁਹੂਰਤ ਭਾਵ 8 ਘੜੀਆਂ ਜਦੋਂ ਮਹਾਰਾਜ ਨੇ ਸਮਾਧੀ ਵਿੱਚ ਲੰਘਾਏ ਹੈ। 3 ਘੰਟੇ 4 ਮਿੰਟ, ਇੱਕ ਪੈਰ ਤੇ 4 ਮਿੰਟ। ਬਿਕਸੇ ਤਬੈ ਰੁਚਰ ਜੁਗ ਲੋਚਨਾ। ਗੁਰੂ ਮਹਾਰਾਜ ਜੀ ਦੇ ਜਿਹੜੇ ਸੋਹਣੇ ਨੇਤਰ ਹੈ, 3 ਘੰਟੇ 4 ਮਿੰਟ ਦੇ ਬਾਅਦ ਸੱਚੇ ਪਾਤਸ਼ਾਹ ਜੀ ਦੇ ਨੇਤਰ ਖਿੜੇ ਹੈ, ਖੁੱਲੇ ਹੈ। ਬੋਲੇ ਬਾਣੀ ਬੰਦ ਵਿਮੋਚਨਾ। ਉਸ ਵੇਲੇ ਜੋ ਬੰਧਨਾਂ ਨੂੰ ਕੱਟਣ ਵਾਲੇ, ਨਾਸ ਕਰਨ ਵਾਲੇ ਸਤਿਗੁਰ ਜੀ ਬਾਣੀ ਬਚਨ ਬੋਲੇ। ਆਜ ਸਮਾਵਨ ਭਇਆ ਸੁਭਾਏ। ਮਹਾਰਾਜ ਜੀ ਕਹਿਣ ਲੱਗੇ ਵੀ ਅੱਜ ਸਾਡੇ ਜੋਤੀ ਜੋਤ ਸਮਾਉਣ ਦਾ ਬੜਾ ਸੋਹਣਾ ਚੰਗਾ ਹੀ ਦਿਨ ਆਇਆ ਹੈ ਭਾਈ। ਆਨਾ ਸੋਜ ਬਿਲੰਬ ਗਵਾਏ। ਇਸ ਕਰਕੇ ਦੇਰੀ ਨੂੰ ਗਵਾ ਕੇ, ਦੂਰ ਕਰਕੇ ਜਿਹੜੀ ਸੰਸਕਾਰ ਦੀ ਸਾਰੀ ਸਮੱਗਰੀ ਹੈ, ਤੁਸੀਂ ਛੇਤੀ ਛੇਤੀ ਲਿਆਓ। ਪੁਸ਼ਪ ਕਪੂਰ ਕਤੀਰ ਕਨੇਰਾ। ਪੁਸ਼ਪ ਸੋਹਣੇ ਸੁਗੰਧੀ ਵਾਲੇ ਫੁੱਲ, ਕਪੂਰ ਤੇ ਬਹੁਤ ਜ਼ਿਆਦਾ ਚੰਦਨ। ਕੁਸ਼ਾ ਗੁਲਾਬ ਸੁਗੰਧ ਬਧੇਰਾ। ਇਹ ਕੁਸ਼ਾ ਵੀ ਤੇ ਖੁਸ਼ਬੂਦਾਰ ਗੁਲਾਬ ਬਹੁਤਾ ਇਤਿਆਦਿਕ ਪਾਵਨ ਸਭ ਆਨਹ। ਇਤਿਆਦਿਕ ਜਿਹੜੀ ਪਵਿੱਤਰ ਸਾਰੀ ਸਮੱਗਰੀ ਹੈ ਅੰਤਮ ਸੰਸਕਾਰ ਦੀ, ਉਹ ਤੁਸੀਂ ਲਿਆਓ ਸਿੱਖੋ। ਕਰਹੁ ਹਰਖ ਕਛ ਸ਼ੋਕ ਨਾ ਠਾਨਹ। ਕਿਉਂਕਿ ਐਸਾ ਨੇ ਹੁਣ ਜੋਤੀ ਜੋਤ ਸਮਾਉਣਾ ਹੈ, ਕੋਈ ਸ਼ੋਕ ਗਮ ਨਹੀਂ ਕਿਸੇ ਨੇ ਕਰਨਾ ਹੈ। ਖੁਸ਼ੀ ਕਰੋ, ਆਨੰਦ ਖੇੜਾ ਕਰੋ। ਸੁਨ ਅਤ ਭਜਨ ਮ੍ਰਿਦਲ ਜਗ ਗੁਰ ਕੇ। ਸੁਣ ਕਰਕੇ ਐਸੇ ਬਚਨ ਮਹਾਰਾਜ ਜੀ ਦੇ ਕੋਮਲ ਬਚਨ, ਜੋ ਜਗਤ ਦੇ ਗੁਰੂ ਹੈ ਗੁਰੂ ਨਾਨਕ ਸਾਹਿਬ ਜੀ। ਸਿੱਖਨ ਕੇ ਲੋਚਨ ਜਲ ਢਰ ਕੇ। ਜੋ ਗੁਰੂ ਕੇ ਸਿੱਖ ਹੈ ਵੀ ਮਹਾਰਾਜ ਨੇ ਜੋਤੀ ਜੋ ਸਮਾ ਜਾਣਾ ਹੈ, ਜਿਸ ਕਰਕੇ ਨੇਤਰਾਂ ਵਿੱਚੋਂ ਜਲ ਦੇ ਜਿਹੜੇ ਤੁਬਕੇ ਉਹ ਢਲੇ ਹੈ, ਜਲ ਜਾ ਭਰ ਆਇਆ ਨੇਤਰਾਂ 'ਚ। ਸਗਰੇ ਪੁਰ ਮਹਿ ਪਰਿਓ ਸੋਰੋਰਾ। ਸਾਰੇ ਕਰਤਾਰਪੁਰ ਸਾਹਿਬ ਵਿੱਚ ਤੇ ਰੌਲਾ ਜਾ ਪੈ ਗਿਆ ਵੀ ਮਹਾਰਾਜ ਇਹ ਭਾਣਾ ਵਰਤਾਉਣ ਲੱਗੇ ਐ। ਰਦਨ ਕਰਤ ਭੇਜਿਤ ਕਿਤ ਠਾਰਾ। ਜਿੱਥੇ ਕਿਥੇ ਵੀ ਕਿਸੇ ਥਾਂ ਤੇ ਪਤਾ ਲੱਗਾ ਵੀ ਸਤਿਗੁਰੂ ਜੀ ਦੀ ਜੋਤੀ ਜੋ ਸਮਾਉਣ ਦੀ ਤਿਆਰੀ ਹੈ, ਗੁਰੂ ਕੇ ਸਿੱਖ ਵਿਰਾਗ ਕਰਦੇ ਹੈ ਵੀ ਮਹਾਰਾਜ ਜੀ ਨੇ ਆ ਕੀ ਭਾਣਾ ਵਰਤਾ ਦਿੱਤਾ ਹੈ। ਆਸ ਬਦੀ ਸਪਤ ਮੀ ਬਾਸੁਰ। ਅਸੂ ਬਦੀ, ਐਵੇਂ ਅਸੂ ਮਹੀਨੇ ਦੀ ਇਹ ਵਧੀ ਜੋ
ਅੱਸੂ ਮਹੀਨੇ ਦੀ ਜੋ ਹਨੇਰ ਪੱਖ ਹੈ 7ਵੀਂ ਥਿੱਤ ਵਾਲਾ ਦਿਨ ਸੀ। ਆ ਪੂਰਨਮਾਸ਼ੀ ਤੋਂ 7ਵੀਂ ਥਿੱਤ ਆਉਂਦੀ ਬਾਅਦ ਵਿੱਚ ਹਨੇਰ ਪੱਖ ਹੁੰਦਾ। ਇਵੇਂ ਹਨੇਰ ਪੱਖ ਅੱਸੂ ਮਹੀਨੇ ਦਾ 7ਵੀਂ ਥਿੱਤ ਵਾਲਾ ਦਿਨ ਸੀ ਜਦੋਂ ਮਹਾਰਾਜ ਨੇ ਬਚਨ ਕਹੇ। ਤਾਹੀਂ ਸਮੇਂ ਪ੍ਰਭੂ ਜੀ ਜਗ ਗੁਰ ਜਗਤ ਦੇ ਗੁਰੂ ਨਾਨਕ ਸਾਹਿਬ ਮਹਾਰਾਜ ਉਸ ਸਮੇਂ ਬਚਨ ਕਹੇ ਸਨ ਜੋਤੀ ਜੋ ਸਮਾਉਣ ਦੇ। ਤਜਨ ਸਰੀਰ ਕੀ ਬਿਦ ਠਾਨੀ ਵੀ ਸਰੀਰ ਛੱਡ ਦੇਣਾ, ਸਰੀਰ ਛੱਡਣ ਦੀ ਵਿਧੀ ਮਹਾਰਾਜ ਨੇ ਧਾਰਨ ਕੀਤੀ ਸੀ। ਪ੍ਰਗਟੀ ਬਾਤ ਗ੍ਰਾਮ ਬਹੁ ਜਾਨੀ ਬਹੁਤ ਨਗਰਾਂ ਸ਼ਹਿਰਾਂ ਪਿੰਡਾਂ 'ਚ ਇਹ ਗੱਲਬਾਤ ਪ੍ਰਗਟ ਹੋ ਗਈ ਹੈ ਕਿ ਮਹਾਰਾਜ ਜੀ ਨੇ ਮੈਂ ਅੱਸੂ ਵਧੀ ਸਪਤਮੀ ਨੂੰ ਹਨੇਰ ਪੱਖ ਅੱਸੂ ਮਹੀਨੇ ਦੀ 7ਵੀਂ ਥਿੱਤ ਨੂੰ ਜੋਤੀ ਜੋ ਸਮਾ ਜਾਣਾ ਹੈ। ਸੁਨ ਸੁਨ ਮਾਨਵ ਆਵਹਿ ਧਾਈ ਗੁਰੂ ਕੇ ਸਿੱਖ ਜਿਹੜੇ ਪ੍ਰੇਮ ਵਾਲੇ ਆ ਸੁਣ ਕੇ ਬਹੁਤ ਜਿਹੜੇ ਦੌੜ ਕੇ ਆਉਂਦੇ ਕਰਤਾਰਪੁਰ ਸਾਹਿਬ। ਦਰਸ਼ਨ ਕਰਹਿ ਜਨਮ ਫਲ ਪਾਈ ਮਹਾਰਾਜ ਜੀ ਦਾ ਦਰਸ਼ਨ ਕਰਦੇ ਆ ਜੋ ਮਨੁੱਖ ਜਨਮ ਨੂੰ ਸਫਲਾ ਕਰਨ ਦਾ ਮਹਾਨ ਫਲ ਪਾ ਰਹੇ ਹੈ। ਕੇਤਿਕ ਆਸ ਪਰ ਹੋਇ ਸਵਾਰਾ ਜਿਹੜੇ ਗੁਰੂ ਕੇ ਸਿੱਖ ਦੂਰ ਦਰਾਡੇ ਰਹਿੰਦੇ ਆ ਉਹ ਕਿਤਨੇ ਕਿਤੇ ਘੋੜੇ ਉੱਪਰ ਸਵਾਰ ਹੋ ਕੇ ਆ ਰਹੇ ਹੈ। ਆਏ ਤੁਵਾਏ ਬਹੀਨਾ ਵਾਰਾ ਬਿਨਾਂ ਦੇਰੀ ਤੋਂ ਉਹ ਘੋੜੇ ਦੜਾ ਕੇ ਆਉਂਦੇ ਵੀ ਸੱਚੇ ਪਾਤਸ਼ਾਹ ਕਦੇ ਸਾਡੇ ਜਾਂਦੇ ਭਾਣਾ ਵਰਤਾ ਨਾ ਦੇਣ। ਚਾਰ ਵਰਨ ਹਿੰਦੂ ਅਰ ਤੁਰਕਾ ਚਾਰੇ ਵਰਨੀ ਖੱਤਰੀ ਬ੍ਰਾਹਮਣ ਸੂਦ ਵੈਸ ਸਭ ਹਿੰਦੂ। ਇਸੇ ਤਰ੍ਹਾਂ ਤੁਰਕਾਂ ਵਿੱਚ ਜਿਹੜੇ 4 ਵਰਨ ਸੇਖ ਸੈਯਦ ਪਠਾਨ ਮੁਗਲ। ਆਵਹਿ ਚੱਲੇ ਕਰਤ ਜਸ ਗੁਰ ਕਾ ਗੁਰੂ ਮਹਾਰਾਜ ਜਸ ਕਰਦੇ ਚੱਲੇ ਆਉਂਦੇ ਕਰਤਾਰਪੁਰ ਸਾਹਿਬ ਨੂੰ। ਧਾਏ ਧਾਏ ਪਹੁੰਚੈ ਨਰ ਨਾਰੀ ਗੱਲ ਕੀ ਵੀ ਮਾਈ ਭਾਈ ਸਭ ਇਸਤਰੀ ਹੋਵੇ ਮਰਦ ਹੋਵੇ ਸਭ ਦੌੜ ਕੇ ਆ ਪਹੁੰਚਦੇ ਕਰਤਾਰਪੁਰ ਸਾਹਿਬ। ਕਹਾਂ ਦਰਸ ਤੇ ਰਹਿ ਨਾ ਪਿਛਾਰੀ ਆਪੋ ਵਿੱਚ ਹੀ ਕਹਿੰਦੇ ਵੀ ਮਹਾਰਾਜ ਜੀ ਦੇ ਦਰਸ਼ਨ ਬੜੇ ਮਹਾਨ ਕਿਤੇ ਆਪਾਂ ਪਿੱਛੇ ਹੀ ਨਾ ਰਹਿ ਜਾਈਏ ਦਰਸ਼ਨਾਂ ਤੋਂ। ਦੁਰਲਭ ਦਰਸ਼ਨ ਹੋਇਆ ਇੱਕ ਬਾਰਾ ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ ਦਰਸ਼ਨ ਬੜੇ ਦੁਰਲਭ ਹੈ ਨਾ ਮਿਲਣ ਵਾਲੇ ਦਰਸ਼ਨ ਹੈ। ਇਸ ਕਰਕੇ ਭਾਈ ਇੱਕੋ ਵਾਰੀ ਐਸੇ ਦਰਸ਼ਨ ਹੋਣੇ ਹੈ। ਹੁਣ ਜਿਹ ਦਰਸੇ ਅਗ ਮਿਟੈ ਅਪਾਰਾ ਜਿਨ੍ਹਾਂ ਸਤਿਗੁਰਾਂ ਦੇ ਦਰਸ਼ਨਾਂ ਕਰਕੇ ਸਾਡੇ ਤੇ ਜਿਹੜੇ ਬੇਅੰਤ ਪਾਪ ਹੀ ਮਿਟ ਜਾਣਗੇ। ਜਹਾਂ ਲਗ ਸੁਧ ਤਬ ਹੋਈ ਜਿੱਥੇ ਤੱਕ ਵੀ ਮਹਾਰਾਜ ਜੀ ਦੀ ਜੋਤੀ ਜੋ ਸਮਾਉਣ ਦੀ ਖਬਰ ਸੁਧ ਹੋਈ ਹੈ। ਕਾਜ ਵਿਸਾਰ ਚੱਲੇ ਸਭ ਕੋਈ ਆਪਣੇ ਘਰ ਦੇ ਕੰਮਾਂ ਨੂੰ ਛੱਡ ਭੁਲਾ ਕੇ ਵੀ ਕੰਮ ਤੇ ਹੁੰਦੇ ਰਹਿਣੇ ਆ। ਮਹਾਰਾਜ ਜੀ ਦੇ ਜਾ ਕੇ ਦਰਸ਼ਨ ਕਰੀਏ ਸਭ ਚੱਲੇ ਆਉਂਦੇ ਐ। ਦੋਹਰਾ ਬ੍ਰਹਮਚਾਰੀ ਜੋਗੀ ਜਤੀ ਬ੍ਰਹਮਚਾਰੀ ਇਸੇ ਤਰ੍ਹਾਂ ਵਿਦਿਆ ਪੜ੍ਹਨ ਵਾਲੇ ਬ੍ਰਹਮਚਰਜ ਰੱਖਣ ਵਾਲੇ ਤੇ ਕੰਨ ਪਾਟੇ ਜੋਗੀ ਹੋਰ ਜੋ ਜਤੀ ਲੋਕ ਹਨ। ਤਪੀ ਬਖਾਨਸ ਕੋਏ ਕੁਝ ਜੋ ਤਪ ਸਾਧਨਾ ਕਰਨ ਵਾਲੇ ਸਰੀਰ ਨੂੰ ਤਾ ਕੇ ਤਪ ਕਰਨ ਵਾਲੇ ਤਪੀਸ਼ਰ ਤਪੀ ਬਖਾਨਸ ਜਿਹੜੇ ਬਾਣ ਪ੍ਰਸਤੀ ਜੰਗਲਾਂ ਵਿੱਚ ਰਟਨ ਕਰਨ ਵਾਲੇ ਸਭ ਕੋਈ ਹੀ। ਜਿਹ ਸੁਧ ਪਾਈ ਜਬ ਹੈ ਜਦੋਂ ਵੀ ਜਿੰਨੇ ਖਬਰ ਪਾਈ ਹੈ ਧਾਵਤ ਆਵਤ ਸੋਏ ਦੌੜਦੇ ਉਹ ਆਈ ਜਾਂਦੇ ਆ ਵੀ ਮਹਾਰਾਜ ਜੀ ਦਾ ਦਰਸ਼ਨ ਕਰ ਲਈਏ ਜਾ ਕੇ। ਚੌਪਈ ਧਰਮਸਾਲ ਬੈਠੇ ਗੁਰ ਪੂਰਨਾ ਜਿਵੇਂ ਗੁਰੂ ਨਾਨਕ ਦੇਵ ਸਹਿਜ ਪਰਿਪੂਰਨ ਮਹਾਰਾਜ ਧਰਮਸਾਲ ਵਿੱਚ ਬੈਠੇ ਹੋਏ ਸੀ। ਭਵ ਜੋ ਆਮ ਕੋ ਨਾਮ ਸੋ ਚੂਰਨਾ ਜਿਨ੍ਹਾਂ ਸਤਿਗੁਰਾਂ ਦਾ ਨਾਮ ਜਿਹੜਾ ਹੈ ਇਹ ਸੰਸਾਰ ਦੇ ਵਿੱਚ ਜੰਮਣ ਮਨ ਦੇ ਰੋਗਾਂ ਨੂੰ ਨਾਸ ਕਰਨ ਵਿੱਚ ਚੂਰਨ ਦੀ ਨਿਆਈ ਹੈ। ਭਾਈ ਆਨ ਕਰ ਭੀਰ ਅਪਾਰ ਹੈ ਜਿਨ੍ਹਾਂ ਸੱਚੇ ਪਾਤਸ਼ਾਹ ਜੀ ਦਾ ਨਾਮ ਚੂਰਨ ਵਤ ਹੈ ਜੰਮਣ ਮਨ ਦੇ ਰੋਗ ਨੂੰ ਨਿਵਰਤ ਕਰਨ ਵਾਸਤੇ।
ਐਵੇਂ ਗੱਲ ਉੱਥੇ ਕਰਤਾਰਪੁਰ ਸਾਹਿਬ ਜੀ ਦੇ ਬੇਅੰਤ ਆਣ ਕੇ ਸੰਗਤ ਦੀ ਭੀੜ ਹੋ ਗਈ, ਤਾਤਾ ਲੱਗ ਗਿਆ ਹੈ। ਧੰਨ ਧੰਨ ਸਭ ਬੈਨ ਉਚਾਰਹਿ। ਸਭ ਗੁਰੂ ਕੀ ਸੰਗਤ ਧੰਨ ਗੁਰੂ ਨਾਨਕ ਸਾਹਿਬ ਜੀ, ਧੰਨ ਗੁਰੂ ਨਾਨਕ ਸਾਹਿਬ ਜੀ ਇਹੀ ਬਚਨ ਉਚਾਰਦੇ ਹੈ। ਗੁਰ ਆਨਨ ਆਰਨਤਾ ਆਈ। ਇੱਧਰ ਮਹਾਰਾਜ ਜੀ ਦੇ ਸੋਹਣੇ ਮੁਖੜੇ ਉੱਪਰ ਬੜੀ ਲਾਲੀ ਆਈ ਹੋਈ ਹੈ, ਗੁਰਮੁਖ ਲਾਲੋ ਲਾਲ ਹੈ। ਜਿਉ ਅਰਨੋ ਦਾ ਰੁਚਿਰ ਸਹਾਈ। ਜੋ ਅਰਨੋਦੈ ਜਿਵੇਂ ਚੜ੍ਹੇ ਸੂਰਜ ਸਵੇਰੇ ਜੋ ਸੂਰਜ ਚੜ੍ਹਦਾ ਹੈ, ਜਿਵੇਂ ਸੂਰਜ ਉਦੇ ਹੋਣ ਉੱਪਰ ਬੜੀ ਸੋਹਣੀ ਉਹਦੇ ਸੋਭਨੀ ਇੱਕ ਲਾਲੀ ਆਈ ਹੁੰਦੀ ਹੈ, ਲਾਲੀ ਜੀ ਸੂਰਜ ਮਾਰਦਾ ਹੁੰਦਾ ਸਿਰ ਦਿਨ ਚੜ੍ਹੇ, ਇਵੇਂ ਗੁਰੂ ਸਾਹਿਬ ਜੀ ਦਾ ਸਰੂਪ ਜਿਹੜਾ ਉਹਦੇ ਉੱਪਰ ਮੁੱਖ ਉੱਪਰ ਲਾਲੀ ਲਾਲੀ ਆਈ ਹੋਈ ਹੈ। ਸਿੱਖ ਸੇਵਕ ਚੌਹਾਂ ਦਿਸ਼ ਪਰਵਾਰਾ। ਗੁਰੂ ਕੇ ਸਿੱਖ ਸੇਵਕ ਸੇਵਾ ਕਰਨ ਵਾਲੇ ਚਾਰੇ ਤਰਫ ਹੀ ਮਹਾਰਾਜ ਜੀ ਦੇ ਆਲਾ ਦੁਆਲਾ ਘੱਤਿਆ ਹੋਇਆ ਹੈ। ਬਦਨ ਕਮਲ ਜਿਨ ਕੇਰ ਆਧਾਰਾ। ਜਿਨ੍ਹਾਂ ਗੁਰੂ ਕੇ ਸਿੱਖ ਸੇਵਕਾਂ ਦਾ ਜਿਹੜਾ ਮਹਾਰਾਜ ਦਾ ਕਮਲ ਵਰਗਾ ਮੁਖ ਹੀ ਆਧਾਰਾ ਕਹੀਏ, ਆਸਰਾ ਹੈ। ਬੇਮੁਖਤਾ ਰਜਨੀ ਜਹਨਾਸੀ। ਜਿੱਥੇ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਬੇਮੁਖਤਾ ਜਿਹੜੀ ਬੇਮੁਖਤਾਈ ਰੂਪੀ ਰਾਤ ਦੇ ਨਾਸੀ ਹੋ ਗਈ, ਭਾਜੀ ਗਈ ਹੈ। ਛਪ ਗਏ ਉਡਗਨ ਕਾਲ ਮਲ ਰਾਸੀ। ਸਮੂਹ ਜਿਹੜੇ ਤਾਰੇ ਹੈ ਸਮੂਹ ਜਿਹੜੇ ਪਾਪ ਹੈ ਤਾਰਿਆਂ ਦੀ ਨਿਆਈ ਸਭ ਛਪ ਗਏ, ਅਲੋਪ ਹੋ ਗਏ। ਇਸ ਬਿਦ ਵਹਿਰ ਨਲਨ ਕੀ ਕਥਾ। ਭਾਈ ਸੰਤੋਖ ਸਿੰਘ ਜੀ ਕਹਿੰਦੇ ਇਸ ਤਰ੍ਹਾਂ ਜਿਹੜੇ ਵਾਰ ਗੁਰੂ ਕੇ ਸਿੱਖ ਸੁਣ ਕੇ ਆ ਰਹੇ ਸ੍ਰੀ ਕਰਤਾਰਪੁਰ ਸਾਹਿਬ, ਇਹ ਤੇ ਉਹਨਾਂ ਗੁਰੂ ਕੇ ਸਿੱਖਾਂ ਦੀ ਕਥਾ ਹੈ। ਅਬ ਸੁਣੀਏ ਘਰ ਕੀ ਧੀ ਜਥਾ। ਹੁਣ ਜਿਵੇਂ ਗੁਰੂ ਮਹਾਰਾਜ ਦੇ ਮਹਿਲਾਂ ਵਿੱਚ ਜਿਵੇਂ ਕਥਾ ਹੋਈ ਹੈ, ਜਿਸ ਤਰ੍ਹਾਂ ਹੋਈ ਹੈ ਗੱਲਬਾਤ, ਉਹ ਵੀ ਕਥਾ ਹੁਣ ਸੁਣੀਏ ਧਿਆਨ ਨਾਲ। ਦੋਹਰਾ ਬੈਠੇ ਪ੍ਰਭੂ ਬਿਰਾਜਹੀ। ਧਰਮਸ਼ਾਲਾ ਵਿੱਚ ਬੈਠੇ ਮਹਾਰਾਜ ਬਿਰਾਜ ਰਹੇ ਹੈ। ਜਿਉ ਰਸ ਸਾਤ ਅਸਦੀਰਾ। ਜਿਵੇਂ ਬੜੀ ਧੀਰਜਤਾ ਦੇ ਸਹਿਤ ਸ਼ਾਂਤ ਰਸ ਜਿਹੜਾ ਬੈਠਾ ਹੋਵੇ, ਇਵੇਂ ਗੁਰੂ ਸਾਹਿਬ ਜੋ ਬਿਰਾਜ ਰਹੇ ਮਨ ਸ਼ਾਂਤ ਰਸੀ ਧੀਰਜ ਦੇ ਸਹਿਤ ਹੋ ਕੇ ਬੈਠਾ ਹੋਇਆ ਹੈ। ਸਿੱਖ ਸੇਵਕ ਕਰਨਾ ਮਨੋ। ਜਿਹੜੇ ਗੁਰੂ ਕੇ ਸਿੱਖ ਹੈ ਤੇ ਸੇਵਾ ਕਰਨ ਵਾਲੇ ਸੇਵਕੋ ਤੇ ਕਰਨਾ ਰਸ ਹੈ ਮਾਨੋ। ਧਾਰੇ ਪੁੰਜ ਸਰੀਰਾ। ਕਰਨਾ ਰਸ ਨੇ ਮਾਨੋ ਕਿ ਸਾਰੇ ਸਿੱਖਾਂ ਸੇਵਕਾਂ ਦੇ ਸਰੀਰ ਧਾਰੇ ਹੋਏ ਹੈ। ਗੁਰੂ ਕੇ ਸਿੱਖ ਜਿਹੜੇ ਉਹ ਕਰਨਾ ਰਸ ਵਿੱਚ ਬੈਠੇ ਹੋਏ ਹੈ, ਨੇਤਰਾਂ ਵਿੱਚੋਂ ਅਥਰੂ ਜੇ ਘੇਰਦੇ ਆ ਵਿਰਾਗ ਨਾਲ। ਚੌਪਈ ਕਿਰਪਾ ਨਿਧਾਨ ਕਹਿਓ ਤਿਹ ਕਾਲੇ। ਉਸ ਸਮੇਂ ਗੁਰੂ ਸਾਹਿਬ ਜੀ ਕਿਰਪਾ ਦੇ ਖਜ਼ਾਨੇ ਮਹਾਰਾਜ ਜੀ ਨੇ ਕਿਹਾ, ਉਠੋ ਸਧਾਰਨ ਜਾਏ ਉਤਾਲੇ। ਭਾਈ ਸਧਾਰਨ ਉਠੋ ਤੇ ਜਾਓ ਬੜੀ ਛੇਤੀ ਨਾਲ। ਸ੍ਰੀ ਚੰਦ ਅਰ ਲਖਮੀ ਦਾਸ। ਸਾਡੇ ਸਾਹਿਬਜ਼ਾਦੇ ਸ੍ਰੀ ਚੰਦ ਜੀ ਤੇ ਲਖਮੀ ਦਾਸ ਜੀ ਤਾਹੇ ਹਕਾਰ ਆਨੀਏ ਪਾਸ। ਭਾਈ ਸਧਾਰਨ ਜੀ ਉਹਨਾਂ ਨੂੰ ਬੁਲਾ ਕੇ ਸਾਡੇ ਪਾਸ ਲਿਆਈਏ। ਸੁਨਤ ਰਜਾਏ ਸਧਾਰਨ ਗਇਓ। ਗੁਰੂ ਸਾਹਿਬ ਜੀ ਦੀ ਆਗਿਆ ਸੁਣ ਕੇ ਭਾਈ ਸਧਾਰਨ ਬੜੀ ਛੇਤੀ ਨਾਲ ਗਿਆ ਹੈ। ਗੁਰੂ ਸੁਤਨ ਆਗੇ ਤਿਸ ਟਿਓ। ਜੋ ਗੁਰੂ ਕੇ ਸੁਪੁੱਤਰ ਬਾਬਾ ਸ਼੍ਰੀ ਚੰਦ ਬਾਬਾ ਲਖਮੀ ਦਾਸ ਜਿੱਥੇ ਮਹਿਲਾਂ ਵਿੱਚ ਬਿਰਾਜਮਾਨ ਬੈਠੇ ਹੋਏ ਸੀ, ਉਹਨਾਂ ਦੇ ਅੱਗੇ ਜਾ ਕੇ ਭਾਈ ਸਧਾਰਨ ਖੜਾ ਹੋ ਗਿਆ ਹੱਥ ਜੋੜ ਕੇ। ਹੱਥ ਬੰਦ ਕਾ ਗਿਰਾ ਉਚਾਰੀ। ਦੋਵੇਂ ਹੱਥ ਜੋੜ ਕੇ ਬਚਨ ਕਿਹਾ, ਸ੍ਰੀ ਪ੍ਰਭ ਕੀ ਪੀ ਆਜ ਤਿਆਰੀ। ਕਿਹਾ ਹੈ ਵੀ ਬਾਬਾ ਸ਼੍ਰੀ ਚੰਦ ਜੀ ਬਾਬਾ ਲਖਮੀ ਦਾਸ ਜੀ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਅੱਜ ਸੱਚਖੰਡ ਜਾਣ ਦੀ ਤਿਆਰੀ ਹੋ ਗਈ ਹੈ। ਤੁਮਕੋ ਆਪਣੇ ਨਿਕਟ ਹਕਾਰਾ। ਪਰਮੇਸ਼ਰ ਰੂਪ ਗੁਰੂ ਨਾਨਕ ਸਾਹਿਬ ਜੀ ਨੇ ਤੁਹਾਨੂੰ ਆਪਣੇ ਕੋਲ ਬੁਲਾਇਆ ਹੈ। ਚੱਲੋ ਦੂਰ ਨਾ ਕਰੋ ਅਵਾਰਾ। ਇਸ ਕਰਕੇ ਬਾਬਾ ਸ਼੍ਰੀ ਚੰਦ ਬਾਬਾ ਲਖਮੀ ਦਾਸ ਜੀ ਕੋਈ ਦੇਰੀ ਨਾ ਕਰੋ, ਮਹਾਰਾਜ ਜੀ ਦੀ ਹਜ਼ੂਰੀ ਵਿੱਚ ਚੱਲੋ ਛੇਤੀ ਨਾਲ। ਗਿਰਾ ਸਧਾਰਨ ਜਲ ਕੀ ਨਿਆਈ। ਭਾਈ ਸੰਤੋਖ ਸਿੰਘ ਜੀ ਕਹਿੰਦੇ ਆ ਵੀ ਜੋ ਭਾਈ ਸਧਾਰਨ ਜੀ ਦੇ ਬਾਣੀ ਬਚਨ ਉਹ ਤੇ ਜਲਦੀ ਨਿਹਾਈ ਸਨ। ਮੈਨ ਸਮਾਨ ਨਾ ਤੇ ਨਹੀਂ ਸਹਾਈ। ਇੱਧਰ ਜੋ ਬਾਬਾ ਸ਼੍ਰੀ ਚੰਦ ਹੋਣਾ ਦੇ ਸਾਹਿਬਜ਼ਾਦਿਆਂ ਦੇ ਜਿਹੜੇ
ਦਿਲ ਸਨ ਉਹਦੇ ਮੋਮ ਸਮਾਨ ਸਨ। ਜਿਵੇਂ ਮੋਮ 'ਤੇ ਪਾਣੀ ਅਸਰ ਨਹੀਂ ਨਾ ਕਰਦਾ, ਛੂੰਹਦਾ ਨਹੀਂ ਹੈ, ਇਸੇ ਤਰ੍ਹਾਂ ਭਾਈ ਸਧਾਰਨ ਦੇ ਜਿਹੜੇ ਬਚਨ ਹੈ ਉਹਦੀ ਜਲ ਦੀ ਨਿਆਈ ਹੈ। ਸਾਹਿਬਜ਼ਾਦਿਆਂ ਦੇ ਜਿਹੜੇ ਮਨ ਹੈ, ਦਿਲ ਹੈ, ਉਹ ਮੋਮ ਦੀ ਨਿਆਈ, ਕੋਈ ਛੋਏ ਨਹੀਂ ਹੈ, ਕੋਈ ਲੱਗੀ ਨਹੀਂ ਹੈ ਮਨ 'ਤੇ ਗੱਲ। ਹਿਰਦੇ ਅਸ਼ਰਦਾ ਜਿਨ ਕੇ ਭਾਰੀ, ਜਿਨ੍ਹਾਂ ਦੇ ਹਿਰਦੇ ਵਿੱਚ ਬੜੀ ਭਾਰੀ ਸ਼ਰਧਾ ਹੈ, ਭਰੋਸਾ ਨਹੀਂ ਹੈ ਵੀ ਮਹਾਰਾਜ ਸੱਚਖੰਡ ਬਿਆਨਾ ਕਰ ਸਕਦੇ ਆਪਣੀ ਮਰਜ਼ੀ ਨਾਲ ਹੀ। ਇਸ ਪ੍ਰਕਾਰ ਮਖ ਗਿਰਾ ਉਚਾਰੀ, ਇਸ ਪ੍ਰਕਾਰ ਮੁੱਖ ਪਾਠ ਹੈ। ਇਸ ਤਰ੍ਹਾਂ ਮੁੱਖੋਂ ਬਚਨ ਕਿਹਾ ਬਾਬਾ ਸ਼੍ਰੀ ਚੰਦ ਹੋਣਾ ਨੇ। ਕੈਸੇ ਹੋਤ ਅਚਾਨਕ ਆਸੇ, ਭਾਈ ਸਧਾਰਨ ਕਹਿ ਕਿਸ ਤਰ੍ਹਾਂ ਅਚਨਚੇਤ ਇਹੋ ਜਿਹੀ ਗੱਲ ਹੋ ਸਕਦੀ ਵੀ ਮਹਾਰਾਜ ਚੰਗੇ ਭਲੇ ਹੁੰਦਿਆਂ ਸੱਚਖੰਡ ਭਾਲਾ ਚਲੇ ਜਾਣ। ਸੁਖ ਆਨੰਦ ਮੈਂ ਬੈਸੇ ਜਾਸੇ, ਜਿਸ ਤਰ੍ਹਾਂ ਸੁੱਖ ਆਨੰਦ ਵਿੱਚ ਧਰਮਸ਼ਾਲਾ ਵਿੱਚ ਚੌਂਕੜਾ ਮਾਰ ਕੇ ਬੈਠੇ ਹੋਏ ਹੈ, ਇਸ ਤਰ੍ਹਾਂ ਕਿਸ ਤਰ੍ਹਾਂ ਅਚਾਨਕ ਹੋ ਸਕਦਾ ਵੀ ਸੱਚਖੰਡ ਦੀ ਤਿਆਰੀ ਹੋ ਸਕਦੀ ਹੈ ਉਹਨਾਂ ਦੀ। ਹਮਕੋ ਆਵਤ ਨਹ ਪ੍ਰਤੀਤੰ, ਇਸ ਕਰਕੇ ਭਾਈ ਸਧਾਰਨ ਤੇਰੇ ਬਚਨਾਂ ਦੇ ਸਾਨੂੰ ਪ੍ਰਤੀਤੀ ਨਹੀਂ ਆਉਂਦੀ, ਯਕੀਨ ਭਰੋਸਾ ਨਹੀਂ ਆਉਂਦਾ ਹੈ। ਗਿਆਨ ਪਰਸੋਨ ਗੰਧ ਇਹ ਰੀਤੰ, ਇਹ ਤੇ ਰੀਤੀ ਇਵੇਂ ਹੈ ਜਿਵੇਂ ਕਿ ਉਹ ਆਕਾਸ਼ ਦੇ ਫੁੱਲਾਂ ਦੀ ਸੁਗੰਧੀ ਵਾਂਗੂ ਹੈ ਗੱਲਬਾਤ। ਜਿਵੇਂ ਆਕਾਸ਼ ਦੇ ਵਿੱਚ ਫੁੱਲ ਕੋਈ ਹੁੰਦੇ ਨਹੀਂ ਤੇ ਸੁਗੰਧੀ ਕਿੱਥੇ ਹੁੰਦੀ ਹੈ, ਨਾ ਮੰਨਣ ਯੋਗ। ਜਿਵੇਂ ਸੁਗੰਧੀ ਨਹੀਂ ਨਾ ਹੁੰਦੀ, ਇਵੇਂ ਤੁਹਾਡੇ ਬਚਨਾਂ 'ਤੇ ਭਰੋਸਾ ਨਹੀਂ ਆਉਂਦਾ। ਭਾਵੇਂ ਗੱਲ ਹੈ ਹੀ ਨਹੀਂ, ਜਿਵੇਂ ਆਕਾਸ਼ 'ਚ ਫੁੱਲ ਨਾ ਹੁੰਦੇ, ਨਾ ਕੋਈ ਸੁਗੰਧੀ ਹੁੰਦੀ ਹੈ। ਸੁਨ ਤਿਉ ਤਬੈ ਸਧਾਰਨ ਆਇਓ, ਭਾਈ ਸਧਾਰਨ ਤੇ ਹੁਣ ਨਿਮਰਤਾ ਵਾਲੇ ਬਹੁਤ ਮਹਾਨ ਹੈ। ਸੁਣ ਕੇ ਬਾਬਾ ਸ਼੍ਰੀ ਚੰਦ ਬਾਬਾ ਲਖਮੀ ਦਾਸ ਤੋਂ ਹੱਥ ਜੋੜ ਕੇ ਠੀਕ ਹੈ ਮਹਾਰਾਜ ਜਿਵੇਂ ਕਹਿੰਦੇ ਹੋ, ਤੇ ਵਾਪਸ ਆ ਗਏ। ਤਦੋਂ ਜਿਉ ਤਿਨ ਕਹਿਓ ਸੋ ਗੁਰੂ ਸੁਨਾਇਓ, ਜਿਵੇਂ ਸਤਿਗੁਰੂ ਕੇ ਸਾਹਿਬਜ਼ਾਦਿਆਂ ਨੇ ਕਿਹਾ ਹੈ ਉਸੇ ਤਰ੍ਹਾਂ ਹੀ ਗੁਰੂ ਸਾਹਿਬ ਜੀ ਨੂੰ ਸੁਣਾ ਦਿੱਤਾ। ਭਾਈ ਸਧਾਰਨ ਨੇ ਵੀ ਮਹਾਰਾਜ ਐਵੇਂ ਕਹਿੰਦੇ ਹੋ। ਸੇਵਕ ਸਿੱਖ ਬਿਲੋਚਨ ਬਾਰੀ, ਗੁਰੂ ਕੇ ਜਿਹੜੇ ਸਿੱਖ ਸੇਵਕ ਹੈ ਉਹ ਤੇ ਨੇਤਰਾਂ ਵਿੱਚੋਂ ਜਲ ਘੇਰਦੇ ਬਹੁਤ। ਬਹਿਓ ਜਾਤ ਪ੍ਰਭ ਦਰਸ਼ਨ ਹਾਰੀ, ਸੇਵਕ ਗੁਰੂ ਕੇ ਸਿੱਖ ਦਾਸ ਜਿੰਨੇ ਉੱਥੇ ਆਏ ਹੋਏ ਹੈ, ਜੇ ਨੇਤਰਾਂ ਵਿੱਚ ਬੜਾ ਜਲ ਆਇਆ ਹੋਇਆ, ਵਹੀ ਜਾਂਦਾ, ਵਗੀ ਜਾਂਦਾ ਨੇਤਰਾਂ 'ਚ ਜਲ, ਤੇ ਗੁਰੂ ਮਹਾਰਾਜ ਦਰਸ਼ਨ ਦੇਖੀ ਜਾਂਦੇ ਹੈ। ਧੁਨ ਸੋ ਕੀਰਤਨ ਕੀ ਤਿਹ ਕਾਲਾ, ਉਸ ਸਮੇਂ ਗੁਰੂ ਮਹਾਰਾਜ ਬੈਠੇ ਹੋਏ ਹੈ, ਸੰਗਤ ਵਿਰਾਗ ਕਰੀ ਜਾਂਦੀ ਹੈ, ਤੇ ਕੀਰਤਨ ਜਿਹੜੀ ਕੀਰਤਨ ਦੀ ਧੁਨੀ ਬੜੀ ਹੋ ਰਹੀ ਹੈ। ਸੁਨ ਭਵ ਦਰਵਤ ਕਠੋਰ ਵਿਸਾਲਾ, ਗੁਰੂ ਕੇ ਸਿੱਖ ਜਿਹੜੇ ਸਿਆਣੇ ਆ ਉਹ ਇੰਨਾ ਕੀਰਤਨ ਦੀ ਧੁਨੀ, ਐਸਾ ਕੀਰਤਨ ਵਿਰਾਗਮਈ ਕਰ ਰਹੇ, ਕਹਿੰਦੇ ਜਿਸ ਕੀਰਤਨ ਨੂੰ ਸੁਣ ਕੇ ਭਾਵ ਕਈ ਜਿਹੜੇ ਪੱਥਰ ਹੈ ਨਾ ਸਖਤ, ਉਹ ਵੀ ਦਰਵ ਜਾਂਦੇ ਹੈ। ਪੱਥਰ ਵੀ ਜਿਹੜੇ ਉਹ ਦਰਵ ਜਾਂਦੇ, ਉਹ ਪੱਗਰ ਜਾਂਦੇ ਹੈ। ਭਾਵ ਜਿਹੜੇ ਸਿੱਖਾਂ ਨੇ ਕਦੀ ਅੱਜ ਤੱਕ ਨੇਤਰਾਂ 'ਚ ਜਲ ਨਹੀਂ ਘੇਰ ਕੇ ਵੇਖਿਆ, ਉਹਨਾਂ ਦਾ ਵੀ ਬਦੋ ਬਦੀ ਜਲ ਨਿਕਲਦਾ ਜਾਂਦਾ ਹੈ, ਹਿਰਦਾ ਢਲਦਾ ਜਾਂਦਾ ਹੈ। ਦੋਹਰਾ ਤਬੈ ਸਥਲ ਲਿਪਵਾਏ ਕਾ, ਤਬੈ ਸਥਲ, ਤਦੋਂ ਸੋਹਣਾ ਥਾਂ ਜਿਹੜਾ ਮਾਰ ਨਿਸ਼ਚਿਤ ਕੀਤਾ ਉਸਨੂੰ ਲੇਪਣ ਕਰਵਾ ਕੇ ਬੋਹਰ ਕੁਸਾ ਡਸਾਏ, ਫਿਰ ਉੱਪਰ ਸੋਹਣੀ ਵਿਛਾਈ ਢਾ ਲਈ ਹੈ। ਜਾ ਜਾਕਾਰ ਚ ਫੇਰ ਹਵਾ, ਚਾਰ ਚੁਫੇਰੇ ਮਹਾਰਾਜ ਜੀ ਦੇ ਹੀ ਹੋ ਰਿਹਾ ਹੈ। ਮਹਾਰਾਜ ਤੁਹਾਡੀ ਜੈ ਹੋਵੇ, ਗੁਰੂ ਨਾਨਕ ਸਾਹਿਬ ਤੁਹਾਡੀ ਜਿੱਤ ਹੋਵੇ, ਤੁਹਾਡੀ ਜੈ ਜੈਕਾਰ ਹੈ ਜੀ। ਕਹਾ ਧਨ ਬਿਸਮਾਏ, ਅਚਰਜ ਗੁਰੂ ਕੇ ਸਿੱਖ ਹੁੰਦੇ ਹੈ ਵੀ ਸਤਿਗੁਰੂ ਜੀ ਸਰੀਰ ਕਰਕੇ ਸਾਡੇ ਤੋਂ ਦੂਰ ਚਲੇ ਜਾਣਗੇ, ਨਾਲ ਧੰਨ ਗੁਰੂ ਨਾਨਕ ਸਾਹਿਬ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਹੈ। ਚੌਪਈ ਗਈ ਸੁਲਖਣੀ ਢਿਗ ਸੁਧ ਸੋ, ਤਦੋਂ ਉਹ ਜਿਹੜੀ ਖਬਰ ਹੈ ਵੀ ਮਹਾਰਾਜ ਜੀ ਦੇ ਪਾਸ ਸਾਹਿਬਜ਼ਾਦੇ ਨਹੀਂ ਗਏ ਹੈ, ਇਹ ਤੇ ਸਤਿਗੁਰੂ ਜੀ ਜੋਤੀ ਜੋ ਸਮਾਉਣ ਵਾਲੇ ਹੈ, ਇਹ ਸਾਰੀ ਖਬਰ ਮਾਤਾ ਸੁਲੱਖਣੀ ਜੀ ਦੇ ਕੋਲ ਗਈ ਹੈ। ਬਚਨ ਨਾ ਮਾਨਿਓ ਪੁੱਤਰਨ ਦੋ, ਇਹ ਵੀ ਪਤਾ ਲੱਗ ਗਿਆ ਵੀ ਸਾਡੇ ਦੋਨਾਂ ਸੁਪੁੱਤਰਾਂ ਨੇ ਮਹਾਰਾਜ ਜੀ ਦਾ ਬਚਨ ਨਹੀਂ ਮੰਨਿਆ ਹੈ। ਨਿਸਕੇ ਲੱਗੇ ਸਮਾਵਨ ਸਾਈ, ਜੋ ਸੰਸਾਰ ਦੇ ਸਾਈਂ ਮਾਲਕ ਹੈ ਸਵਾਮੀ ਗੁਰੂ ਨਾਨਕ ਸਾਹਿਬ ਪਤੀ ਜੀ,
ਉਹ ਤੇ ਰਾਤ ਦੇ ਸਮੇਂ ਦੇ ਜੋਤੀ ਜੋ ਸਮਾਉਣ ਦੇ ਵਿੱਚ ਲੱਗੇ ਹੋਏ ਐ। ਛਾਏ ਲਿਪਾਏ ਕੁਸ਼ਾ ਬਿਸ਼ਰਾਈ, ਉਹਨਾਂ ਨੇ ਤੇ ਥਾਂ ਵੀ ਜਿਹੜਾ ਲਿਪਵਾ ਲਿਆ, ਪੋਚਾ ਫਰਾ ਲਿਆ ਤੇ ਸੋਹਣੀ ਜਿਹੜੀ ਵਿਛਾਈ ਵੀ ਵਿਛਵਾ ਲਈ ਹੈ। ਉਠੀ ਗਮਨ ਕੀਨਾ ਤਿਨ ਤੂਰਨਾ, ਉਸ ਵੇਲੇ ਮਾਤਾ ਸਲੱਖਣੀ ਜੀ ਬੜੀ ਛੇਤੀ ਉੱਠੇ ਹੈ ਤੇ ਚੱਲਣਾ ਕੀਤਾ ਧਰਮਸ਼ਾਲਾ ਵੱਲ ਨੂੰ। ਆਈ ਜਾਂ ਬੈਠੇ ਪ੍ਰਭ ਪੂਰਨ, ਜੋ ਪ੍ਰਭੂ ਪਰਮੇਸ਼ਰ ਪਰਿਪੂਰਨ ਗੁਰੂ ਨਾਨਕ ਸਾਹਿਬ ਜਿੱਥੇ ਬੈਠੇ ਉੱਥੇ ਮਾਤਾ ਜੀ ਵੀ ਆ ਗਏ। ਭੀੜ ਬਿਲੋਕਤ ਬਿਸਮੈ ਹੋਈ, ਐਵੇਂ ਬਹੁਤ ਭੀੜ ਉੱਥੇ ਸੰਗਤ ਦੀ ਹੈ, ਜਿਸ ਨੂੰ ਵੇਖ ਕੇ ਮਾਤਾ ਜੀ ਬੜੇ ਅਚਰਜ ਹੋਏ ਹੈ। ਬਾਰ ਬਿਲੋਚਨ ਭਰ ਕਰ ਰੋਈ, ਮਾਤਾ ਜੀ ਨੇਤਰਾਂ ਵਿੱਚ ਜਲ ਭਰ ਕੇ ਅੱਖਾਂ ਦੀਆਂ ਭਰ ਕੇ ਤੇ ਵਿਰਾਗ ਜਿਹਾ ਕੀਤਾ। ਉਸ ਵੇਲੇ ਸ਼ਰਧਾ ਉਪਜੀ ਹਿਰਦੇ ਵਿਸਾਲਾ, ਗੁਰੂ ਸਾਹਿਬ ਦਾ ਸਰੂਪ ਦੇਖ ਕੇ ਹਿਰਦੇ ਵਿੱਚ ਬਹੁਤ ਮਾਤਾ ਜੀ ਦੀ ਸ਼ਰਧਾ ਪੈਦਾ ਹੋਈ ਹੈ। ਮਸਤਕ ਟੇਕਨ ਕੀ ਤਿਹ ਕਾਲਾ, ਉਸ ਸਮੇਂ ਇੰਨੇ ਨਿਮਾਣੇ ਹੋਏ ਮਾਤਾ ਜੀ ਕਿ ਗੁਰੂ ਸਾਹਿਬ ਜੀ ਦੇ ਚਰਨਾਂ ਉੱਪਰ ਮੱਥਾ ਟੇਕਿਆ, ਸੀਸ ਝੁਕਾਇਆ ਹੈ। ਸ੍ਰੀ ਗੁਰ ਅਵਲੋਕਤ ਜਬ ਆਈ, ਇੱਧਰੋਂ ਗੁਰੂ ਨਾਨਕ ਸਾਹਿਬ ਜੀ ਨੇ ਦੇਖਿਆ ਕਿ ਸਾਡੇ ਸੁਪਤਨੀ ਸੁਲੱਖਣੀ ਜੀ ਪਾਸ ਆਏ ਹੋਏ ਹੈ। ਬੋਲੇ ਗਿਰਾ ਸਰਲ ਸੁਖਦਾਈ, ਮਹਾਰਾਜ ਜੋ ਹਮੇਸ਼ਾ ਨਿਸ਼ਕਪਟ ਹੈ, ਸੁਖਦਾਈ ਹੈ, ਸੁਖ ਦੇਣ ਵਾਲੇ ਨਿਰਛਲ ਬਚਨ ਬੋਲੇ ਹੈ। ਦੋਹਰਾ ਜੋ ਤੁਝ ਔਰ ਅਬਲਾਖ ਹੈ, ਮਹਾਰਾਜ ਜੀ ਨੇ ਕਿਹਾ ਸੁਪਤਨੀ ਸੁਲੱਖਣੀ ਜੋ ਤੁਹਾਡੇ ਹਿਰਦੇ ਵਿੱਚ ਕੋਈ ਇੱਛਾ ਚਾਹਨਾ ਹੈ ਅੱਜ ਕਰ ਲੀਜੈ ਸੋ ਬਾਤ, ਉਹ ਸਾਡੇ ਨਾਲ ਗੱਲਬਾਤ ਕਰ ਲਈਏ ਜੋ ਮਨ 'ਚ ਇੱਛਾ ਤੁਹਾਡੇ ਹੈਗੀ ਹੈ। ਮਿਲ ਕਰ ਹਾਂ ਬੋਲੀ ਨਹੀਂ, ਫਿਰ ਪਿੱਛੋਂ ਨਾ ਪਛਤਾਉਣਾ ਕਿ ਪਤੀ ਜੀ ਨੂੰ ਮਿਲ ਕਰਕੇ ਵੀ ਮੈਂ ਕੁਝ ਬੋਲੀ ਨਹੀਂ ਹੈ, ਕੋਈ ਗੱਲਬਾਤ ਨਹੀਂ ਕੀਤੀ ਹੈ। ਬਾਹਰ ਨਾ ਕਹਾਂ ਪਛਾਤ, ਫਿਰ ਪਿੱਛੋਂ ਨਾ ਇਹ ਗੱਲ ਕਹਿਣੀ ਕਿ ਸਤਿਗੁਰੂ ਜੀ ਨੇ ਕਿਹਾ ਵੀ ਸੀ, ਮੈਂ ਫਿਰ ਵੀ ਕੁਝ ਬੋਲ ਨਾ ਸਕੀ ਮਿਲ ਕਰਕੇ। ਚੋਬਈ ਸੁਨ ਕਰ ਦੀਨ ਭਾਈ ਇਹ ਬਾਣੀ, ਮਹਾਰਾਜ ਜੀ ਦੇ ਐਸੀ ਬਾਣੀ ਬਚਨ ਸੁਣ ਕੇ ਮਾਤਾ ਬਹੁਤ ਦੀਨ ਮਾਣੀ ਗਰੀਬੜੀ ਜੀ ਹੋਈ ਹੈ। ਲਤਾ ਬਾਤ ਤੇ ਜਿਉ ਕਮਲਾਨੀ, ਜਿਵੇਂ ਤਿੱਖੀ ਤੇਜ ਦੇ ਨਾਲ ਜਿਹੜੀ ਵੇਲ ਵਿਚਾਰੀ ਕੁਮਲਾ ਜਾਂਦੀ ਹੈ, ਝੜ ਝੁੜ ਜਾਂਦੀ ਹੈ, ਇਵੇਂ ਮਾਤਾ ਜੀ ਕੁਮਲਾ ਗਏ ਹੈ। ਹੱਥ ਬੰਦ ਹੋਏ ਨਿਮਰ ਵਿਸਾਲਾ, ਉਸ ਵੇਲੇ ਬਹੁਤ ਨਿਮਰਤਾ ਗਰੀਬੀ ਨਿਮਾਨਤਾ ਵਿੱਚ ਹੋ ਕੇ ਦੋਵੇਂ ਹੱਥ ਜੋੜ ਕੇ ਬੋਲੀ ਬਚਨ ਸੁਨਹੁ ਪ੍ਰਭ ਦਿਆਲਾ, ਮਾਤਾ ਜੀ ਬੋਲੇ ਹੈ ਬਚਨ ਕਿ ਦਿਆਲੂ ਕਿਰਪਾਲੂ ਗੁਰੂ ਨਾਨਕ ਸਾਹਿਬ ਪਤੀ ਜੀ ਮੇਰਾ ਬਚਨ ਸੁਣੋ। ਭਲਕੇ ਹੈ ਸਰਾਧ ਤੋਹਿ ਤਾਤਾ, ਭਲਕੇ ਦੇ ਦਿਨ ਨਾ ਤੁਹਾਡੇ ਪਿਤਾ ਜੀ ਦੇ ਸ਼ਰਾਧ ਹੈ, ਭਾਵ ਵੱਡਿਆਂ ਦੇ ਸ਼ਰਾਧ ਹੈ। ਤੇ ਇਹ ਸਾਧ ਸੰਗਤ ਜਿਹੜਾ ਪ੍ਰਸੰਗ ਹੈ ਇੱਥੋਂ ਕ ਇਹ ਜੋ ਦੋ ਹੋਏ ਹੈ ਗੁਰੂ ਘਰ ਦੇ ਨਿੰਦਕ, ਜੋ ਇੱਕ ਤੇ ਭਾਈ ਹੰਧਾਲ ਹੋਏ ਸਨ, ਜੋ ਗੁਰੂ ਅਮਰਦਾਸ ਮਹਾਰਾਜ ਦੀ ਬੜੀ ਜਿਨ੍ਹਾਂ ਸੇਵਾ ਕੀਤੀ, ਉਹਨਾਂ ਦੇ ਅੱਗੇ ਅੰਸ ਬੰਸ 'ਚੋਂ ਇੱਕ ਗੁਰੂ ਘਰ ਦਾ ਨਿੰਦਕ ਹੋਇਆ ਹਿੰਦਾਲੀਆ। ਇੱਕ ਉਹ ਤੇ ਇੱਕ ਕਬੀਰ ਪੰਥੀ ਹੈ, ਜਿਨ੍ਹਾਂ ਨੇ ਮਹਾਰਾਜ ਜੀ ਨੂੰ ਛੋਟਾ ਕਹਿ ਕੇ ਤੇ ਆਪਣੇ ਨੂੰ ਵੱਡਾ ਕਹਿਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਭਾਈ ਬਾਲੇ ਵਾਲੀ ਜਨਮ ਸਾਖੀ ਜਿਹੜੀ ਹੈ ਵਿਗਾੜੀ ਹੋਈ ਸੀ, ਅਤੇ ਉਹ ਅਖੇਬਕ ਜਿਹੜਾ ਪ੍ਰਸੰਗ ਹੈ ਜਿਵੇਂ ਉਹਨਾਂ ਲਿਖਿਆ ਕਵੀ ਜੀ ਨੇ ਉਸੇ ਤਰ੍ਹਾਂ ਇੱਥੇ ਸੁਭਾਏਮਾਨ ਕੀਤਾ ਹੈ, ਉਹਨਾਂ ਦੀ ਸਾਰੀ ਸ਼ੈਤਾਨੀ ਹੈ। ਉਂਝ ਤੇ ਜਿਹੜਾ ਆਪਾਂ ਇਤਿਹਾਸ ਪਿੱਛੇ ਸਰਵਣ ਕੀਤਾ ਵੀ ਜਿਹੜਾ ਇਸੇ ਪੋਥੀ ਵਿੱਚ 6ਵਾਂ ਅਧਿਆਇ ਆਉਂਦਾ ਹੈ ਅਤੇ ਅੰਕ 40 ਤੋਂ 52 ਤੱਕ ਗੁਰੂ ਸਾਹਿਬ ਜੀ ਨੇ ਪਿਤਾ ਜੀ ਨੂੰ ਤੇ ਆਪ ਇਹ ਗੱਲ ਦਿਖਾਈ ਹੈ ਕਿ ਪਿਤਾ ਜੀ ਸਾਨੂੰ ਵੀ ਤੁਸੀਂ ਜਦੋਂ ਮਹਾਰਾਜ ਘਰ ਆਏ ਸਨ ਅਤੇ ਵੇਖਿਆ ਵੀ ਭੀੜ ਬੜੀ ਲੱਗੀ ਹੋਈ, ਬ੍ਰਾਹਮਣ ਸਭ ਖੱਤਰੀ ਸ਼ੂਦ ਸਭ ਇਕੱਠੇ ਹੋਏ ਹੈ। ਮਹਾਰਾਜ ਜੀ ਕਹਿਣ ਲੱਗੇ ਪਿਤਾ ਜੀ ਵੀ ਇਹ ਕੀ ਅੱਜ ਪ੍ਰੋਗਰਾਮ ਹੈ, ਕੀ ਸਮਾਗਮ ਹੈ? ਕਹਿਣ ਲੱਗੇ ਸੁਪੁੱਤਰ ਗੁਰੂ ਨਾਨਕ ਸਾਹਿਬ ਜੀ ਤੁਹਾਡੇ ਦਾਦਾ ਦਾਦੀ ਆਪਣੇ ਵੱਡਿਆਂ ਪਿਤਰਾਂ ਦੇ ਅੱਜ ਸ਼ਰਾਧ ਕਰ ਲੱਗੇ ਆ, ਅੱਜ ਪਿਤਰਾਂ ਨੂੰ ਪੂਜਣ ਦਾ ਦਿਨ ਹੈ, ਤਾਂ ਇਹ ਲੰਗਰ ਪ੍ਰਸ਼ਾਦਾ ਕੀਤਾ ਸਭ ਬ੍ਰਾਹਮਣਾਂ ਆਦਿਕ ਦਾ।
ਮਹਾਰਾਜ ਕਹਿਣ ਲੱਗੇ ਪਿਤਾ ਜੀ ਇਹ ਤਾਂ ਉਹਨਾਂ ਦੇ ਸਰਾਧ ਕਰਾਏ ਜਾਂਦੇ ਜਿਨ੍ਹਾਂ ਦੇ ਪਿੱਤਰਾਂ ਨੂੰ ਲੋੜ ਹੈ। ਤੁਹਾਡੇ ਬਜ਼ੁਰਗਾਂ ਨੂੰ ਕੋਈ ਲੋੜ ਨਹੀਂ ਹੈ, ਸਾਡੇ ਬਜ਼ੁਰਗਾਂ ਨੂੰ ਕੋਈ ਲੋੜ ਨਹੀਂ ਹੈ। ਉਹ ਤਾਂ ਉੱਥੇ ਚਲੇ ਗਏ ਆ ਜਿੱਥੇ ਊਂਘਦਾ ਨੀਂਦ ਭੁੱਖ, ਜਿੱਥੇ ਕੋਈ ਨੀਂਦ ਨਹੀਂ ਹੈ, ਕੋਈ ਭੁੱਖ ਨਹੀਂ ਹੈ, ਜਿੱਥੇ ਬੇਗਮਪੁਰਾ ਸ਼ਹਿਰ ਕੋ ਨਾਓ ਦੁੱਖ ਅੰਦੋ ਨਹੀਂ ਤੇ ਠਾਓ, ਜਿੱਥੇ ਕੋਈ ਗਮ ਸੋਗ ਨਹੀਂ, ਉਹਦੇ ਉੱਥੇ ਜਾ ਕੇ ਚਲੇ ਗਏ। ਤੇ ਆਪ ਜੀ ਨੂੰ ਇਸ ਸਰਾਧ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਤੇ ਪਿਤਾ ਕਲਿਆਣ ਚੰਦ ਜੀ ਨੇ ਉਸ ਵੇਲੇ ਕਿਹਾ ਕਿ ਸਪੁੱਤਰ ਗੁਰੂ ਨਾਨਕ ਸਾਹਿਬ ਜੀ ਤੁਹਾਡੇ ਬਚਨ ਦੇ ਠੀਕ ਹੈ, ਪਰ ਬਿਨਾਂ ਦੇਖੇ ਮੈਂ ਨਹੀਂ ਮੰਨਦਾ, ਜੇ ਆਪ ਦਿਖਾਓ ਤਾਂ ਮੰਨਾਂ। ਫਿਰ ਮਹਾਰਾਜ ਜੀ ਕਹਿੰਦੇ ਵੀ ਤੁਸੀਂ ਨੇਤਰ ਬੰਦ ਕਰੋ। ਜਦੋਂ ਪਿਤਾ ਜੀ ਨੇ ਨੇਤਰ ਬੰਦ ਕੀਤੇ ਆ ਉੱਥੇ ਹੀ ਪਹੁੰਚ ਗਏ ਬੈਕੁੰਠ 'ਚ ਹੀ, ਜਿੱਥੇ ਬੜੇ ਸੋਹਣੇ ਸਾਧ ਸੰਗਤ ਜੀ ਪਲੰਗੇ ਆ, ਹਰ ਪਾਸੇ ਝਿਲਮਿਲ ਹੋ ਰਹੀ ਹੈ। ਐਸਾ ਆਨੰਦ ਹੈ ਕੋਈ ਹਿਸਾਬ ਨਹੀਂ। ਐਸੇ ਆਨੰਦ ਨੂੰ ਵੇਖ ਕੇ ਫਿਰ ਜਦੋਂ ਅੱਗੇ ਤੋਂ ਅੱਗੇ ਗਏ ਆ, ਕਵਾੜ ਖੋਲ੍ਹ ਕੇ ਦੇਖਿਆ ਕਿ ਸਾਰੇ ਜਿਹੜੇ ਪਿੱਤਰ ਹੈ, ਬਜ਼ੁਰਗ ਹੈ, ਸਤਿਗੁਰੂ ਜੀ ਦੇ ਵੱਡੇ ਵਡੇਰੇ ਅੱਗੇ ਉਹ ਉੱਥੇ ਬੈਠੇ ਹੋਏ ਹੈ। ਅਤੇ ਉਹ ਉੱਠ ਕੇ ਜਦੋਂ ਵੇਖਿਆ ਵੀ ਕਲਿਆਣ ਚੰਦ ਇੱਥੇ ਆਇਆ, ਉੱਠ ਕੇ ਗਾਂਹ ਹੋਏ ਹੈ ਅਤੇ ਕਲਿਆਣ ਚੰਦ ਜੀ ਦਾ ਬਹੁਤ ਸਤਿਕਾਰ ਕੀਤਾ। ਅਤੇ ਇਹ ਕਹਿਣ ਲੱਗੇ ਵੀ ਤੁਸੀਂ ਪਿਤਾ ਜੀ ਕਿਵੇਂ ਇੱਥੇ? ਬਾਬਾ ਕਲਿਆਣ ਚੰਦ ਜੀ ਨੇ ਆਪਣੇ ਪਿਤਾ ਜੀ ਨੂੰ ਪੁੱਛਿਆ। ਉਹ ਕਹਿਣ ਲੱਗੇ ਕਲਿਆਣ ਚੰਦ ਤੂੰ ਧੰਨ ਹੈ, ਜਿਹਨੇ ਪਿਛਲੇ ਜਨਮਾਂ 'ਚ ਤਪ ਕੀਤਾ ਹੈ ਅਤੇ ਉਸ ਤਪ ਦਾ ਸਦਕਾ ਜਿਹੜੇ ਤੇਰੇ ਘਰ ਗੁਰੂ ਨਾਨਕ ਸਾਹਿਬ ਪਰਮੇਸ਼ਰ ਰੂਪ ਪ੍ਰਗਟੇ, ਜਦੋਂ ਦੇ ਉਹ ਪ੍ਰਗਟ ਹੋਏ ਉਦੋਂ ਦੇ ਹੀ ਇੱਥੇ ਪਹੁੰਚੇ ਹੋਏ हैं। ਕਲਿਆਣ ਚੰਦ ਤੇਰੀ ਕਮਾਈ ਕਰਕੇ ਤੇ ਅਸੀਂ ਸਾਰੀਆਂ ਕੁਲਾਂ ਅੱਗੇ ਅਗਲੀਆਂ ਪਿਛਲੀਆਂ ਤਰ ਗਈਆਂ। ਤੂੰ ਧੰਨ ਹੈ ਜਿਹਦੇ ਘਰ ਪਰਮੇਸ਼ਰ ਆਪ ਪ੍ਰਗਟੇ ਹੈ। ਅਤੇ ਇਹ ਕੁਝ ਵੇਖ ਕੇ ਬਾਬਾ ਕਲਿਆਣ ਚੰਦ ਜੀ ਬੜੇ ਪ੍ਰਸੰਨ ਹੋਏ ਅਤੇ ਮਨ ਜਿਹਾ ਕੀਤਾ ਵੀ ਮੈਂ ਵੀ ਇੱਥੇ ਹੀ ਰਹਾਂ ਹੁਣ। ਫਿਰ ਗੁਰੂ ਸਾਹਿਬ ਜੀ ਨੇ ਉਸ ਵੇਲੇ ਬਾਬਾ ਕਲਿਆਣ ਚੰਦ ਪਿਤਾ ਜੀ ਨੂੰ ਜਿਹੜਾ ਹਿਲਾਇਆ ਚਲਾਇਆ, ਥੋੜ੍ਹਾ ਜਿਹਾ ਧਿਆਨ ਥੜਕਾਇਆ, ਨੇਤਰ ਖੁੱਲ੍ਹੇ ਅਤੇ ਕਹਿਣ ਲੱਗੇ ਪਿਤਾ ਜੀ ਦੇਖ ਲਿਆ ਹੈ। ਉਸ ਵੇਲੇ ਪਿਤਾ ਕਲਿਆਣ ਚੰਦ ਜੀ ਮਹਾਰਾਜ ਦੇ ਚਰਨੀ ਪਏ ਸਨ ਅਤੇ ਹੱਥ ਜੋੜੇ ਕਿ ਮਹਾਰਾਜ ਅਸੀਂ ਤਾਂ ਤੁਹਾਨੂੰ ਹਮੇਸ਼ਾ ਆਪਣੇ ਪੁੱਤਰ ਹੀ ਸਮਝਦੇ ਆਏ, ਤੁਸੀਂ ਸਾਡੇ ਪੁੱਤਰ ਹੋ। ਤੁਸੀਂ ਪੁੱਤਰ ਨਹੀਂ, ਤੁਸੀਂ ਤਾਂ ਪਰਮੇਸ਼ਰ ਆਪ ਹੋ। ਮੱਥਾ ਟੇਕਿਆ। ਫਿਰ ਕਹਿੰਦੇ ਮਹਾਰਾਜ ਹੁਣ ਕਿਰਪਾ ਕਰੋ ਵੀ ਸਾਨੂੰ ਵੀ ਉੱਥੇ ਪਹੁੰਚਾ ਦਿਓ ਬੈਕੁੰਠ ਧਾਮ ਹੀ। ਅਤੇ ਮਹਾਰਾਜ ਕਹਿਣ ਲੱਗੇ ਪਿਤਾ ਜੀ ਤੁਸੀਂ ਚਿੰਤਾ ਨਾ ਕਰੋ, ਆਹ ਥੋੜ੍ਹੇ ਦਿਨ ਹੀ ਹੈ ਤੁਹਾਡੇ ਹੁਣ ਸਮਾਂ, ਥੋੜ੍ਹੇ ਦਿਨ ਸਤਿਨਾਮ ਵਾਹਿਗੁਰੂ ਦਾ ਅਭਿਆਸ ਕਰੋ। ਮਾਤਾ ਪਿਤਾ ਜੀ ਤੁਸੀਂ ਦੋਨੋਂ ਹੀ ਜਾਓਗੇ। ਫਿਰ ਐਵੇਂ ਮੱਸਿਆ ਦੇ ਪਿਤਾ ਕਲਿਆਣ ਚੰਦ ਜੀ ਸਰੀਰ ਛੱਡ ਕੇ ਸੱਚਖੰਡ ਚਲੇ ਗਏ। ਪੁੰਨਿਆ ਵਾਲੇ ਦਿਨ ਮਾਤਾ ਤ੍ਰਿਪਤਾ ਜੀ ਗਏ ਸਨ ਅਤੇ ਗੁਰੂ ਮਹਾਰਾਜ ਨੇ ਸਰਾਧ ਕਰਨ ਤੋਂ ਰੋਕਿਆ ਸੀ। ਇਹ ਜਿਹੜਾ ਪ੍ਰਸੰਗ ਹੈ ਇੱਥੋਂ ਇੰਨਾ ਕੁ ਅਖੇਪ ਕਹਾਉਣੇ ਕਰਕੇ ਅੱਗੇ ਪ੍ਰਸੰਗ ਦਾ ਹੋਰ ਖੁਲਾਸਾ ਹੋ ਹੀ ਜਾਣਾ। ਅਤੇ ਇਹ ਜਿਹੜੇ ਹੰਧਾਲੀਏ ਅਤੇ ਕਬੀਰ ਪੰਥੀਏ ਉਹਨਾਂ ਨੇ ਸਾਧ ਸੰਗਤ ਜੀ ਰੌਲਾ ਪਾਇਆ ਹੈ ਇਸ ਥਾਂ ਦੇ ਵਿੱਚ। ਸਰਾਧ ਦਾ ਪ੍ਰਸੰਗ ਅਖੇਪਕ ਉਹਨਾਂ ਲਿਖਿਆ ਹੈ। ਕਵੀ ਸਾਹਿਬ ਜੀ ਨੇ ਉਹ ਅਖੇਪਕ ਪ੍ਰਸੰਗ ਦੀ ਸੁਧਾਈ ਨਹੀਂ ਕੀਤੀ ਹੈ ਅਤੇ ਇੱਥੇ ਉਹ ਵੀ ਉਹਨਾਂ ਵੀ ਉਸੇ ਤਰ੍ਹਾਂ ਲਿਖ ਦਿੱਤਾ ਹੈ। ਭਲਕੇ ਹੈ ਸਰਾਧ ਤੋਹਿ ਤਾਤਾ। ਜਿਸ ਕਰਕੇ ਮਾਤਾ ਜੀ ਕਹਿੰਦੇ ਭਲਕੇ ਮਹਾਰਾਜ ਤੁਹਾਡੇ ਪਿਤਾ ਜੀ ਦੇ ਸਰਾਧ ਹਨ। ਜਿਉ ਭਾਵੈ ਤਿਉ ਕਰ ਸੁਖ ਦਾਤਾ। ਸੁੱਖਾਂ ਦਾ ਤੇ ਜਿਉਂ ਤੁਹਾਨੂੰ ਭਾਉਂਦਾ ਤੁਸੀਂ ਤਿਵੇਂ ਕਰ ਲਓ। ਭਲੀ ਬਾਤ ਜੇ ਕਰਹੁ ਸਰਾਧੂ। ਉਂਝ ਮੈਂ ਤੇ ਇਹੀ ਕਹਿੰਦੀ ਹਾਂ ਕਿ ਚੰਗੀ ਗੱਲ ਹੋਏਗੀ ਜੇ ਤੁਸੀਂ ਪਿਤਾ ਜੀ ਦੇ ਸਰਾਧ ਕਰੋ। ਬਹੁਰ ਸਮਾਵੋ ਬਾਧਾ ਬਾਧੂ। ਇਹ ਪੀੜਾਂ ਦੇ ਨਾਸਕ ਗੁਰੂ ਨਾਨਕ ਸਾਹਿਬ ਮਹਾਰਾਜ ਪਤੀ ਜੀ ਫਿਰ ਤੁਸੀਂ ਸਮਾ ਜਾਣਾ ਜੋਤੀ ਜੋਤ। ਕਰੁਣਾ ਨਿਧ ਤੁਮਰੇ ਕਰ ਮਾਹੀ। ਕਿਰਪਾ ਦੇ ਸਮੁੰਦਰ ਮਹਾਰਾਜ ਤੁਹਾਡੇ ਹੱਥ ਵਿੱਚ ਹੀ ਹੈ ਸਾਰਾ ਕੁਝ। ਮੇਟਨ ਰਚਨ ਤਿਰ ਲੋਕ ਜੇ ਆਹੀ। ਤਿੰਨਾਂ ਲੋਕਾਂ ਨੂੰ ਮੇਟ ਦੇਣਾ ਫਿਰ ਰਚ ਦੇਣਾ। ਹਰਨ ਭਰਨ ਜਾ ਕੇ ਨੇਤਰ ਫੋਰੋ ਤੁਸੀਂ। ਇਹ ਤਜਨ ਅਰ ਜੀਵਨ ਸੋਈ। ਕਿ ਸਰੀਰ ਨੂੰ ਛੱਡਣਾ ਜਾਂ ਇਸ ਸਰੀਰ ਵਿੱਚ ਜੀਣਾ ਇਹ ਤੁਹਾਡੇ ਹੱਥ ਵਿੱਚ ਹੀ ਹੈ। ਰਾਵਰ ਕੇ ਅਨੁਸਾਰ ਹੋਈ। ਇਹ ਆਪ ਜੀ ਦੇ ਅਨੁਸਾਰ ਹੀ ਹੈ ਸੁਆਮੀ ਜੀ। ਦੋਹਰਾ ਦੇਖ ਦੀਨਤਾ ਤਾਹੇ ਕੀ। ਇਵੇਂ ਸੁਪਤਨੀ
ਸੁਲੱਖਣੀ ਜੀ ਦੀ ਐਸੀ ਦੀਨਤਾ ਗਰੀਬੀ ਦੇਖ ਕੇ ਮਹਾਰਾਜ ਭੈਨ ਸੁਨੇ ਸ਼ੁਭ ਰੀਤਾ। ਚੰਗੀ ਰੀਤੀ ਵਾਲੇ ਬਚਨ ਸੁਣੇ ਆ ਕਿ ਸੁਪਤਨੀ ਜਿਹੜੇ ਆ ਉਹ ਸਮਸ਼ਟੀ ਭੰਡਾਰਾ ਕਰਾਉਣਾ ਚਾਹੁੰਦੇ ਆ। ਮਹਾਰਾਜ ਜੀ ਨੇ ਵੀ ਸਾਧ ਸੰਗਤ ਜੀ ਇਸੇ ਤਰ੍ਹਾਂ ਆ ਸਰਾਧ ਸਰੂਦ ਕੋਈ ਨਹੀਂ ਸੀ ਕੀਤਾ, ਇਹਦੇ ਸਮਸ਼ਟੀ ਭੰਡਾਰਾ ਕੀਤਾ ਸੀ। ਜਿੰਨੇ ਸਤਿਗੁਰੂ ਜੋਤੀ ਜੋ ਸਮਾਉਂਦੇ ਰਹੇ ਹੈ, ਜੋਤੀ ਜੋ ਸਮਾਉਣ ਤੋਂ ਪਹਿਲਾਂ 2-3 ਦਿਨ ਪਹਿਲਾਂ ਸਮਸ਼ਟੀ ਭੰਡਾਰਾ ਕਰਦੇ ਰਹੇ, ਜਿੱਥੇ ਜੋ ਗਰੀਬ ਗੁਰਬਾ ਭੋਜਨ ਪ੍ਰਸ਼ਾਦਾ ਛਕਦੇ ਅਤੇ ਮਹਾਰਾਜ ਆਪ ਦਾਨ ਪੁੰਨ ਕਰਦੇ ਸਨ। ਤੀਸਰੇ ਪਾਤਸ਼ਾਹ ਵੇਲੇ ਵੀ, 6ਵੇਂ ਪਾਤਸ਼ਾਹ, 5ਵੇਂ ਸਤਿਗੁਰੂ ਸਾਰਿਆਂ ਦੇ ਸਮੇਂ ਇਸ ਤਰ੍ਹਾਂ ਹੀ ਵਰਤਦੀ ਆਈ ਸੀ ਵੀ ਮਹਾਰਾਜ ਬੇਅੰਤ ਦਾਨ ਕਰਦੇ ਰਹੇ। 10ਵੇਂ ਪਾਤਸ਼ਾਹ ਜੀ ਦਾ ਵੀ ਐਸਾ ਪ੍ਰਸੰਗ ਆਉਂਦਾ ਹੈ, ਜੋਤੀ ਜੋ ਸਮਾਉਣ ਸਮੇਂ ਸ੍ਰੀ ਹਜ਼ੂਰ ਸਾਹਿਬ ਮਹਾਰਾਜ ਜੀ ਨੇ ਇਹ ਕਿਹਾ ਸੀ ਵੀ ਭੰਡਾਰਾ ਕਰੋ ਸਮਸ਼ਟੀ, ਸਭ ਕੋਈ ਆ ਕੇ ਇੱਥੇ ਲੰਗਰ ਛਕੇ। ਸਾਰਾ ਦਿਨ ਹੀ ਉਹ ਲੰਗਰ ਵਰਤਾਉਣ ਵਿੱਚ ਹੀ ਬਤੀਤ ਹੋ ਗਿਆ ਸੀ। ਬੋਲੇ ਗਿਰਾ ਸੁਹਾਵਨੀ। ਇਵੇਂ ਬੜੀ ਸੋਹਣੀ ਬਾਣੀ ਮਹਾਰਾਜ ਬੋਲੇ ਹੈ। ਸਿੱਖ ਸੇਵਕ ਕੇ ਮੀਤਾ। ਜੋ ਸਿੱਖਾਂ ਸੇਵਕਾਂ ਦੇ ਬੜੇ ਤਗੜੇ ਮਿੱਤਰ ਹੈ ਗੁਰੂ ਨਾਨਕ ਸਾਹਿਬ ਜੀ। ਜੋ ਬਈ ਚੋਣੀ ਬਚਨ ਰੁਚਿਰਤਾ ਕਹੇ। ਚੋਣੀ ਗੋਦ ਦੀ ਸੁਪਤਨੀ ਸੁਲੱਖਣੀ, ਤੁਸਾਂ ਨੇ ਬਹੁਤ ਸੋਹਣੇ ਬਚਨ ਕਹੇ ਹੈ। ਸੋਜ ਤਿਆਰ ਕਰਹੁ ਹਮ ਰਹੇ। ਚਲੋ ਹੁਣ ਜਿਹੜੀ ਲੰਗਰ ਦੀ ਤਿਆਰੀ ਹੈ ਨਾ, ਸਮੱਗਰੀ ਸਾਰੀ ਤਿਆਰ ਕਰੋ, ਅਸੀਂ ਰਹਾਂਗੇ। ਕਰਹਿ ਸਰਾਧ ਅਸ਼ਟਮੀ ਬਾਸੁਰ। ਐਵੇਂ 8ਵੀਂ ਜਿਹੜੀ ਥਿਤ ਉਦੋਂ ਲੰਗਰ 8ਵੇਂ ਦਿਨ ਰਵਾਂਗੇ ਤੇ ਲੰਗਰ ਤਗੜਾ ਕਰਾਂਗੇ। ਪੁਨ ਨੌਮੀ ਦਿਨ ਸਗਰੋ ਰਹਿ ਕਰ। ਫਿਰ 9ਵੀਂ ਥਿਤ ਵੀ ਸਾਰੀ ਰਹਿ ਕਰਕੇ। ਦਸਵੀਂ ਕੇ ਦਿਨ ਹੋਏ ਤਿਆਰੀ। 10ਵੀਂ ਥਿਤ 10ਵੇਂ ਅੱਸੂ ਵਧੀ 10ਵੀਂ ਵਾਲੇ ਦਿਨ ਸਾਡੀ ਸੱਚਖੰਡ ਦੀ ਤਿਆਰੀ ਹੋ ਜਾਏਗੀ। ਰਾਖੋ ਸੋਜ ਉਠਾਵੋ ਸਾਰੀ। ਐਵੇਂ ਸਾਰੀ ਸਿੱਖਾਂ ਨੂੰ ਮਹਾਰਾਜ ਨੇ ਕਿਹਾ ਵੀ ਸਾਰੀ ਜਿਹੜੀ ਸਮੱਗਰੀ ਹੈ ਨਾ, ਉਹ ਤੁਸੀਂ ਭਾਈ ਉਠਾਓ ਅਤੇ ਇੱਕ ਥਾਂ ਰੱਖ ਦਿਓ। ਜੋ ਕੁਝ ਵੀ ਅੰਤਿਮ ਸੰਸਕਾਰ ਦੀ ਕਿਰਿਆ ਵਾਲਾ ਸਮੱਗਰੀ ਹੈ, ਐਵੇਂ ਮਹਾਰਾਜ ਜੀ ਨੇ ਕਿਹਾ ਹੈ। ਕੁਸ਼ਾ ਗੁਲਾਬ ਪਟੀਰ ਉਚਾਏ। ਵਿਛਾਏ ਵੀ ਗੁਲਾਬ ਦੇ ਫੁੱਲ ਵੀ ਤੇ ਚੰਦਨ ਸਭ ਚੁਕਾਏ ਹੈ। ਰਖਵਾਏ ਸਭ ਹੀ ਇੱਕ ਥਾਏ। ਇੱਕ ਥਾਂ ਮਹਾਰਾਜ ਜੀ ਨੇ ਸੋਹਣੀ ਥਾਂ ਵੇਖ ਕੇ ਰਖਵਾਏ ਹੈ। ਇਸ ਬਿਦ ਸੁਣ ਕੇ ਸਭ ਨਰ ਨਾਰੀ। ਇਸ ਤਰ੍ਹਾਂ ਸੁਣ ਕੇ ਸਭ ਮਾਈ ਭਾਈ ਹਰਖੇ ਹਿਰਦੇ ਭਇਓ ਸੁਖ ਭਾਰੀ। ਹਿਰਦੇ ਵਿੱਚ ਬੜੇ ਖੁਸ਼ ਹੋਏ, ਭਾਰੀ ਸੁਖ ਹੋਇਆ ਸਭ ਨੂੰ। ਧੰਨ ਧੰਨ ਅਰ ਜੈ ਜੈਕਾਰਾ। ਧੰਨ ਗੁਰੂ ਨਾਨਕ ਸਾਹਿਬ ਜੀ, ਧੰਨ ਗੁਰੂ ਨਾਨਕ ਸਾਹਿਬ ਜੀ। ਤੁਹਾਡੀ ਜੈ ਹੋਵੇ, ਤੁਹਾਡੀ ਜੈ ਹੋਵੇ, ਤੁਹਾਡੀ ਫਤਿਹ ਹੋਵੇ, ਤੁਹਾਡੀ ਜਿੱਤ ਹੋਵੇ। ਮਹਾਰਾਜ ਤੁਹਾਡੀ ਜੈ ਜੈਕਾਰ ਹੈ। ਹੋਤ ਭਇਓ ਤਿਹ ਕਾਲ ਅਪਾਰਾ। ਉਸ ਸਮੇਂ ਬੇਅੰਤ ਇਹੀ ਹੋ ਰਿਹਾ ਸੀ ਧੁਨੀ ਵੀ ਮਹਾਰਾਜ ਤੁਸੀਂ ਧੰਨ ਹੋ, ਧੰਨਤਾ ਜੋਗ ਹੋ, ਤੁਹਾਡੀ ਜੈ ਹੋਵੇ, ਤੁਹਾਡੀ ਫਤਿਹ ਹੋਵੇ। ਦੋਹਰਾ ਸੋਖ ਬਾਰ ਬਾਰਜ ਦੁਖੀ। ਕਹਿੰਦੇ ਤੇ ਜਿਵੇਂ ਜਲ ਸੁੱਕ ਜਾਏ ਤੇ ਜਲ ਸੁੱਕਣ ਤੇ ਜਿਹੜੇ ਬਾਰਜ ਕਮਲਾਂ ਦੀ ਬਗੀਚੀ ਬੜੀ ਦੁਖੀ ਹੁੰਦੀ ਜਲ ਸੁੱਕਣ ਨਾਲ ਤਲਾਬ ਚੋਂ। ਬਰਖਿਓ ਮਾਨੋ ਬਾਰ। ਮਾਨੋ ਕਿ ਫਿਰ ਜਿਵੇਂ ਵਰਖਾ ਮੀਂਹ ਪੈ ਜਾਏ ਤੇ ਉਹ ਫਿਰ ਜਿਹੜੀ ਕਮਲਾਂ ਦੀ ਬਗੀਚੀ ਹੈ ਖਿੜਖੜਾ ਜਾਂਦੀ ਹੈ, ਖਿੜ ਜਾਂਦੀ, ਵਧੀਆ ਹੋ ਜਾਂਦੀ ਹੈ ਕਮਲ ਦੇ ਫੁੱਲ। ਇਸੇ ਤਰ੍ਹਾਂ ਮਾਨੋ ਕਿ ਗੁਰੂ ਕੇ ਸਿੱਖ ਜਿਹੜੇ ਕਮਲਾਂ ਦੀ ਬਗੀਚੀ ਦੇ ਨਿਆਈ ਉਹ ਪ੍ਰੇਮ ਰੂਪੀ ਜਲ ਦੇ ਸੁੱਕ ਜਾਣੇ ਕਰਕੇ ਦੁਖੀ ਹੋ ਰਹੇ ਸਨ। ਅਤੇ ਮਹਾਰਾਜ ਜੀ ਨੇ ਜਿਹੜਾ ਇਹ ਬਚਨ ਕੀਤਾ ਵੀ ਹੁਣ ਅਸੀਂ ਅਜੇ ਰੁਕਾਂਗੇ 10ਵੀਂ ਥਿਤ ਤੱਕ। ਇਹ ਮਾਨੋ ਮੀਂਹ ਪੈ ਗਿਆ, ਸਭ ਖਿੜ ਗਏ ਆ ਗੁਰੂ ਕੇ ਸਿੱਖ ਕਮਲ ਫੁੱਲਾਂ ਦੀ ਨਿਆਈ। ਕਹਾਂ ਪਰਸ ਪਰ ਮਿਲ ਸਭਾ। ਚਲੋ ਆਪੋ ਵਿੱਚ ਮਿਲ ਕਰਕੇ ਕਹਿੰਦੇ ਗੁਰੂ ਕੇ ਸਿੱਖ ਦਰਸ ਕਰਹਾਂ ਦਿਨ ਚਾਰ। ਹੋਰ 4 ਦਿਨ ਮਹਾਰਾਜ ਦੇ ਦਰਸ਼ਨ ਕਰਾਂਗੇ। ਐਵੇਂ ਇਹ ਜਿਹੜਾ ਪ੍ਰਸੰਗ ਨਾਲ ਸਰਾਧਾਂ ਦਾ ਲਾਉਣੇ ਕਰਕੇ ਦਿਨ 4 ਦਾ ਇੱਥੇ ਜ਼ਿਕਰ ਆ ਗਿਆ ਹੈ। ਨਹੀਂ ਤੇ ਮਹਾਂਪੁਰਸ਼ਾਂ ਨੇ ਇਹ ਦਰਪਣ ਵਿੱਚ ਸਤਿਗੁਰੂ ਜੀ ਦੇ ਜਿਹੜੇ ਜੋਤੀ ਜੋਤ ਸਮਾਉਣ ਦੀ ਤਰੀਕ ਹੈ ਅਤੇ ਗੁਰੂ ਅੰਗਦ ਦੇਵ ਮਹਾਰਾਜ ਦੇ ਗੱਦੀ ਗੁਰਤਾ ਗੱਦੀ ਦਿਵਸ ਦੀ ਜਿਹੜੀ ਤਰੀਕ ਹੈ ਉਹ ਇਹੀ ਲਿਖੀ ਹੈ ਕਿ ਮਹਾਰਾਜ ਜੀ
ਜੋਤੀ ਜੋ ਸਮਾਉਣ ਤੋਂ 5 ਦਿਨ ਪਹਿਲਾਂ ਗੁਰੂ ਅੰਗਦ ਦੇਵ ਸਿੰਘ ਨੂੰ ਗੁਰਤਾ ਗੱਦੀ ਬਖਸ਼ੀ ਸੀ। ਇਸ ਹਿਸਾਬ ਨਾਲ ਜਿਹੜਾ ਇਤਿਹਾਸ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਨੂੰ ਖਡੂਰ ਸਾਹਿਬ ਭੇਜ ਦਿੱਤਾ ਹੈ। ਪਿਛਲਾ ਇਤਿਹਾਸ ਸਾਰਾ 5 ਕੁ ਦਿਨਾਂ ਦਾ ਹੀ ਹੈ। ਚੌਪਈ ਰਹਿਤ ਭਏ ਸਭ ਪੁਰ ਕਰਤਾਰਾ। ਗੁਰੂ ਕੇ ਸਿੱਖ ਸਾਰੇ ਕਰਤਾਰਪੁਰ ਸਾਹਿਬ ਹੀ ਰਹਿ ਪਏ ਐ। ਕੁਝ ਵੇਖ ਕੇ ਸ਼ਬਦ ਪੜ੍ਹੈ ਪੁਨ ਕਰਤ ਵਿਚਾਰਾ। ਗੁਰੂ ਕੀ ਧੁਰ ਕੀ ਬਾਣੀ ਦੇ ਸ਼ਬਦ ਪੜ੍ਹਦੇ ਪ੍ਰੇਮ ਨਾਲ, ਫਿਰ ਉਹਦੀ ਵਿਚਾਰ ਕਰਦੇ ਐ। ਦੇਖਤ ਸਫਲ ਕਰਹਿ ਨਿਜ ਲੋਚਨਾ। ਸਤਿਗੁਰੂ ਮਹਾਰਾਜ ਦਰਸ਼ਨ ਦੇਖ ਦੇਖ ਕੇ ਆਪਣੇ ਨੇਤਰ ਸਫਲੇ ਕਰਦੇ ਐ। ਪਾਵਹਿ ਸੁਖ ਭੇ ਸੰਕਟ ਮੋਚਨਾ। ਦੁੱਖ ਸਭ ਦੇ ਨਾਸ ਹੋਏ ਪਏ ਐ ਤੇ ਸੁਖ ਪਾਉਂਦੇ ਐ ਪਰਮ ਆਨੰਦ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰ ਦੇ ਸਮਾਵਨ ਕੋ ਪ੍ਰਸੰਗ ਵਰਣਨ ਨਾਮ ਚਤੁਰ ਪੰਚਾਸਮ ਅਧਿਆਏ। ਇੱਥੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੇ ਅਖੀਰਲੇ ਹਿੱਸੇ ਦੇ 54 ਅਧਿਆਏ ਜਿਹੜੇ ਹੈ ਸਮਾਪਤ ਹੋ ਗਏ ਹੈ। ਜਿਸ ਪ੍ਰਸੰਗ ਵਿੱਚ ਗੁਰੂ ਜੀ ਦੇ ਜੋਤੀ ਜੋ ਸਮਾਉਣ ਦਾ ਪ੍ਰਸੰਗ ਆਰੰਭ ਹੋਇਆ ਹੈ। ਅੱਗੇ ਜਿਵੇਂ ਮਹਾਰਾਜ ਦੇ ਜਿਹੜੇ ਪ੍ਰਸੰਗ 3 ਪ੍ਰਸੰਗ ਹੋਰ ਰਹਿ ਗਏ ਆ ਗੁਰੂ ਨਾਨਕ ਸਾਹਿਬ ਦੀ ਕਥਾ ਦੇ, ਉਹ ਵੀ ਆਪਾਂ ਲੜੀਵਾਰ ਰੂਪ ਵਿੱਚ ਜਿਵੇਂ ਜਿਵੇਂ ਕਥਾ ਵਿਚਾਰ ਆਏਗੀ ਆਪਾਂ ਸਰਵਣ ਕਰ ਲਵਾਂਗੇ। ਇਸੇ ਤਰ੍ਹਾਂ ਰਲ ਮਿਲ ਕੇ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਰਹਿਤ ਭਏ ਸਭ ਪੁਰ ਕਰਤਾਰਾ। ਸ਼ਬਦ ਪੜ੍ਹੈ ਪੁਨ ਕਰਤ ਵਿਚਾਰਾ। ਦੇਖਤ ਸਫਲ ਕਰਹਿ ਨਿਜ ਲੋਚਨਾ। ਪਾਵਹਿ ਸੁਖ ਭੇ ਸੰਕਟ ਮੋਚਨਾ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰ ਦੇ ਸਮਾਵਨ ਕੋ ਪ੍ਰਸੰਗ ਵਰਣਨ ਨਾਮ ਚਤੁਰ ਪੰਚਾਸਮ ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।